KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:20 ਹੋਇਆ 7 ਅਪ੍ਰੈਲ ਦਾ ਦਿਨ ਹੈ, ਵਰਾ 2021 ਦਾ ਬੁੱਧਵਾਰ ਹੈ। 25 ਚੇਤ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਪਹਿਲੇ ਘੰਟੇ ਦੇ ਵਿੱਚ ਤਾਂ ਹੀ 10 ਮਿੰਟ ਪਹਿਲਾਂ ਮੈਂ ਸ਼ੁਰੂ ਕੀਤੀ ਗੱਲਬਾਤ। ਹੁਣੇ ਉੱਘੇ ਵਕੀਲ ਸਿਮਰਨ ਸਿੰਘ ਰੰਧਾਵਾ ਗੱਲਬਾਤ ਕਰਨਗੇ। ਜਿਹੜੀ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੈ ਜ਼ਮੀਨ ਖਰੀਦ ਵੇਚ ਦੇ ਬਾਰੇ, ਉਸ ਦੇ ਬਾਰੇ ਗੱਲਬਾਤ ਦੱਸਣਗੇ। ਫਿਰ CWC ਤੋਂ ਇਮੀਗ੍ਰੇਸ਼ਨ ਤੋਂ ਖਹਿਰਾ ਹੋਰੀ ਆਉਣਗੇ, ਉਹਨਾਂ ਤੋਂ ਪੁੱਛਾਂਗੇ ਇਮੀਗ੍ਰੇਸ਼ਨ ਦਾ ਕੀ ਚੱਲ ਰਿਹਾ, ਕੋਵਿਡ ਕੀ ਫਰਕ ਪਾਏਗਾ, ਇੰਤੇ ਕਿੰਨੇ ਕੁ ਬੰਦੇ ਪੱਕੇ ਹੋਣਗੇ, ਬਾਹਰੋਂ ਕਿੰਨੇ ਕੁ ਬੰਦੇ ਆਉਣਗੇ ਇਸ ਤੇ ਫਿਰ 12:15 ਤੇ ਕਹਾਣੀ ਸ਼ੁਰੂ ਕਰਾਂਗੇ ਬਾਈ ਜੱਗੀ ਕੁੱਸੇ ਦੀ। ਤੁਹਾਡੇ ਸਰਮਕ 144 247 1550 ਆਉਂਦੇ ਨੰਬਰ ਹੈ 184424711550। KRPradio.com ਤੇ ਸਿੱਧਾ ਪ੍ਰਸਾਰਣ ਹੋ ਰਿਹਾ ਹੈ। ਪ੍ਰੋਗਰਾਮ ਰਹਿ ਜਾਏ ਤਾਂ ਉਸ ਨੂੰ YouTube ਤੇ ਪਾ ਦਿੱਤਾ ਜਾਂਦਾ ਹੈ ਲੋਕ ਸੱਤ ਦੇ ਥੱਲੇ, ਤੇ ਤੁਸੀਂ ਸੁਣ ਸਕਦੇ ਹੋ ਬਾਅਦ ਵੀ ਪ੍ਰੋਗਰਾਮ। 6047291224 6047291224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ। ਸਭ ਤੋਂ ਸੌਖ ਹੈ ਕਿ WhatsApp ਮੈਸੇਜ ਕਰ ਦਿਓ, ਟੈਕਸਟ ਕਰ ਦਿਓ, ਚਾਹੇ ਰਿਕਾਰਡ ਕਰਕੇ WhatsApp ਤੇ ਕਰ ਦਿਓ, ਛੇਤੀ ਉਸ ਦਾ ਮੈਂ ਜਵਾਬ ਦਵਾਂਗਾ। ਇਹੀ ਸੌਖਾ ਹੈ, ਇਹੀ ਨੰਬਰ ਤੁਹਾਨੂੰ ਦਿੱਤਾ ਹੈ ਤਾਂ ਹੀ WhatsApp ਤੇ ਟੈਕਸਟ ਲਈ। ਇਹ ਦੁਨੀਆ ਇੱਕ ਅਖਾੜਾ ਹੈ ਤੇ ਖਲਕਤ ਹੈ ਤਮਾਸ਼ਾਈ। ਮੈਂ ਜੀਵਨ ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਤੇ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ। ਤਖਤ ਤੇ ਬੈਠਿਆ ਹੈ ਵੇਖਿਆ ਬੇਘਰ ਗੁਲਾਮਾਂ ਨੂੰ, ਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ ਨੇ। ਜਿਨ੍ਹਾਂ ਮਹਿਲਾਂ 'ਚ ਕੱਲ ਤੀਕਰ ਹੁੰਦਾ ਸੀ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਅੱਜ ਉਹ ਬੜੇ ਸ਼ਮਸ਼ਾਨ ਵੇਖੇ ਨੇ। ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ, ਉਹ ਬੇਹਿਆਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ। ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਮੈਂ ਗੈਰਾਂ ਸਾਹਮਣੇ ਝੁਕਦੇ ਉਹੀ ਬਲਵਾਨ ਵੇਖੇ ਨੇ। ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਕਾਇਰਾਂ ਜਿਉਂ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ। ਕਹਾ ਕਿ ਬੇਇਲਮ ਬੇਸਮਝ ਲੋਕਾਂ ਦੀ ਹਜ਼ੂਰੀ ਵਿੱਚ ਅਕਲ ਦੇ ਕੋਟ ਹੱਥ ਵੱਧੀ ਖਲੇ ਹੈਰਾਨ ਵੇਖੇ ਨੇ। ਲਟਕਦੇ ਫਾਸੀਆਂ ਤੇ ਵੇਖਿਆ ਦੇਸ਼ ਭਗਤਾਂ ਨੂੰ, ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ। ਚਲਾਉਂਦੇ ਵੇਖਿਆ ਛੁਰੀਆਂ ਹੈ ਕਈ ਸਾਧ ਸੰਤਾਂ ਨੂੰ, ਤੇ ਮੰਦਰ ਦੇ ਪੁਜਾਰੀ ਵੇਚਦੇ ਇਮਾਨ ਵੇਖੇ ਨੇ। ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ, ਤੇ ਮਿੱਤਰਾਂ ਵਿੱਚ ਹੁੰਦੇ ਲਹੂ ਦੇ ਘਸਮਾਨ ਵੇਖੇ ਨੇ। ਅਨੋਖੇ ਰੰਗ ਨੇ ਕੁਦਰਤ ਦੇ ਜਾਣੇ ਕੌਣ ਸੀਤਲ ਜੀ, ਮੈਂ ਉਜੜੇ ਵਸਦੇ ਤੇ ਵਸਦੇ ਵਿਰਾਨ ਵੇਖੇ ਨੇ। ਮੈਂ ਉਜੜੇ ਵਸਦੇ ਤੇ ਵਸਦੇ ਵਿਰਾਨ ਵੇਖੇ ਨੇ। ਸਰਦਾਰ ਸੋਹਣ ਸਿੰਘ ਸੀਤਲ ਹੋਰਾਂ ਨੇ 1957 'ਚ ਲਿਖੀ ਕਵਿਤਾ ਤਮਾਸ਼ਾਈ। ਸਿਮਰਨ ਸਿੰਘ ਰੰਧਾਵਾ ਚੌਕ ਮਹਿਤਾ ਸਾਡੇ ਉੱਘੇ ਵਕੀਲ ਨੇ, ਮੇਰੇ ਨਾਲ ਨੇ ਕੇਸ ਲਾਇਰਸ ਤੋਂ। ਗੱਲਬਾਤ ਪੰਜਾਬ 'ਚ ਜਾਂ ਭਾਰਤ 'ਚ ਜਾਂ ਕਿਤੇ ਕੋਈ ਵੱਡਾ ਜਿਹਾ ਵਰਡਿਕਟ ਆਉਂਦਾ ਜਿਹੜਾ ਸਾਨੂੰ ਸਿੱਧਾ ਜਾਂ ਅਸਿੱਧਾ ਧੱਕਾ ਮਾਰਦਾ, ਉਸ ਦੀ ਗੱਲਬਾਤ ਉਹ ਆਪੂ ਹੀ ਇਨੀਸ਼ੀਏਟਿਵ ਲੈ ਕੇ ਫਿਰ ਦੱਸਦਾ ਵੀ ਇੱਥੇ ਅੱਜ ਗੱਲ ਕਰਨੀ ਹੈ। ਰੰਧਾਵਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਐਂਡ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ, ਧੰਨਵਾਦ ਬਹੁਤ ਬਹੁਤ ਜੀ ਟਾਈਮ ਦੇਣ ਵਾਸਤੇ। ਧੰਨਵਾਦ ਭਾਊ ਜੀ। ਇਹ ਸੁਪਰੀਮ ਕੋਰਟ ਦੇ ਕਿਹੜੀ ਰੂਲਿੰਗ ਕੀਤੀ ਹੈ ਜਿਹਦਾ ਫਰਕ ਸਾਨੂੰ ਪੈਣਾ NRIਆਂ ਨੂੰ? ਗਿੱਲ ਸਾਹਿਬ ਇਹ ਜਿਹੜੇ ਰੂਲਸ ਹੈਗੇ ਤੇ ਪਹਿਲੋਂ ਦੇ ਹੀ ਹੈਗੇ ਆ ਇਨ ਪਲੇਸ, ਬਟ ਕਈ ਵਾਰੀ ਜਦੋਂ ਕੋਈ ਇਹੋ ਜਿਹੀ ਇੰਪੋਰਟੈਂਟ ਜੱਜਮੈਂਟ ਆਉਂਦੀ ਸੁਪਰੀਮ ਕੋਰਟ ਦੀ ਤੇ ਡਿਸਕਸ਼ਨਸ ਚੱਲਣ ਲੱਗ ਪੈਂਦੀਆਂ। ਸੋ ਇਹ 1977 ਦੇ ਵਿੱਚ ਟ੍ਰਾਂਜੈਕਸ਼ਨ ਹੋਈ ਸੀ ਜਦੋਂ ਕਿਸੇ ਫੋਰਨ ਨੈਸ਼ਨਲ ਨੇ ਜਾਂ NRI ਨੇ ਆਪਣੀ ਪ੍ਰਾਪਰਟੀ ਗਿਫਟ ਕੀਤੀ ਸੀ ਕਿਸੇ ਨੂੰ। ਸੋ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਉਸ ਟ੍ਰਾਂਜੈਕਸ਼ਨ ਨੂੰ ਇਲੀਗਲ ਡਿਕਲੇਅਰ ਕਰਤਾ, ਕਿਉਂਕਿ ਉਹਨਾਂ ਨੇ ਪਹਿਲਾਂ RTI ਦੀ ਪਰਮਿਸ਼ਨ ਨਹੀਂ ਸੀ ਲਈ। ਸੋ ਇਸ ਡਿਸੀਜਨ ਤੋਂ ਬਾਅਦ ਹੁਣ ਕਾਫੀ ਡਿਸਕਸ਼ਨ ਚੱਲ ਰਹੀ ਹੈ ਇਸ ਚੀਜ਼ ਬਾਰੇ ਕਿ NRIs ਨੇ ਜਦੋਂ ਪ੍ਰਾਪਰਟੀ ਆਪਣੀ ਵੇਚਣੀ ਆ, ਖਾਸ ਕਰਕੇ ਐਗਰੀਕਲਚਰ ਲੈਂਡ, ਸੋ ਉਹਦੇ ਵਾਸਤੇ RBI ਦੀਆਂ
ਜਿਹੜੀਆਂ ਗਾਈਡਲਾਈਨਸ ਨੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਅੰਡਰ ਉਹ ਸਾਰੀਆਂ ਫੋਲੋ ਕਰਨੀਆਂ ਚਾਹੀਦੀਆਂ ਐਂਡ ਆਰਬੀਆਈ ਦੀ ਪਰਮਿਸ਼ਨ ਲੈਣੀ ਪੈਂਦੀ ਆ ਐਨਆਰਆਈ ਤੋਂ ਐਨਆਰਆਈ ਨੇ ਜਦੋਂ ਕੋਈ ਆਪਣੀ ਪ੍ਰਾਪਰਟੀ ਡਿਸਪੋਜ਼ ਆਫ ਕਰਨੀ ਹੈ। ਅੱਛਾ ਜੀ, ਅੱਛਾ ਇਹੀ ਕਈ ਪਿਛਲੇ ਦਿਨਾਂ ਦੇ ਫੋਨ ਇਹ ਆਏ ਨੇ ਕਿ ਹੁਣ ਸਾਡੀ ਜਾਇਦਾਦ ਜਿਹੜੇ ਅਸੀਂ ਉਹ ਇਹਦੇ ਨਾਲ ਇੱਕ OCI ਨੂੰ ਵੀ ਕਾਰਡ ਨੂੰ ਵੀ ਜੋੜੀ ਬੈਠੇ ਆ, ਜਿਹੜਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਹੈ। ਉਹ ਕਿ OCI ਜਿਹੜੇ ਕਾਰਡ ਹੋਲਡਰ ਨੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਆ, ਸਾਰਿਆਂ ਨੂੰ ਪਰਮਿਸ਼ਨ ਲੈਣੀ ਪੈਣੀ ਹੈ ਜੀ? ਨਹੀਂ ਗਿਲ ਸਾਹਿਬ, ਐਨਆਰਆਈ ਦਾ ਮਤਲਬ ਆ ਕੋਈ ਵੀ ਬੰਦਾ ਜਿਹੜਾ ਭਾਵੇਂ ਉਹਦੇ ਕੋਲ ਇੰਡੀਅਨ ਪਾਸਪੋਰਟ ਆ, ਉਹ ਇੰਡੀਆ ਦੇ ਵਿੱਚ 183 ਡੇਜ਼ ਬਾਹਰ ਰਹਿੰਦਾ ਇੰਡੀਆ ਤੋਂ, ਆਪਣਾ ਟੈਕਸ ਬਾਹਰ ਫਾਈਲ ਕਰਦਾ, ਉਹ ਐਨਆਰਆਈ ਦੀ ਕੈਟੇਗਰੀ ਨਾਨ ਰੈਜ਼ੀਡੈਂਟ ਇੰਡੀਅਨ ਹੋ ਗਿਆ। ਸੋ ਡਜ਼ਨਟ ਮੈਟਰ ਉਹਦੇ ਕੋਲ ਪਾਸਪੋਰਟ ਕਿਹੜਾ ਆ, ਭਾਵੇਂ ਜੇ ਕਿਸੇ ਕੋਲ ਇੰਡੀਅਨ ਪਾਸਪੋਰਟ ਵੀ ਆ, ਜੇ ਉਹ ਇੰਡੀਆ ਤੋਂ 183 ਡੇਜ਼ ਬਾਹਰ ਰਹਿੰਦਾ, ਆਪਣਾ ਟੈਕਸ ਬਾਹਰ ਫਾਈਲ ਕਰਦਾ, ਕੰਮ ਬਾਹਰ ਕਰਦਾ, 183 ਦਿਨ ਇੱਕ ਕੈਲੰਡਰ ਈਅਰ ਦੇ ਵਿੱਚ ਬਾਹਰ ਰਹਿੰਦਾ ਆ, ਉਹ ਐਨਆਰਆਈ ਹੈਗਾ ਆ। ਉਹਦੇ ਵਾਸਤੇ ਸਾਰਿਆਂ ਲਈ ਉਹ ਸੇਮ ਹੀ ਰੂਲ ਹੈਗੇ ਆ, ਡਜ਼ਨਟ ਮੈਟਰ ਤੁਹਾਡੇ ਕੋਲ ਪਾਸਪੋਰਟ ਕਿਹੜਾ ਹੋਲਡ ਕਰਦੇ। ਅੱਛਾ, ਹੁਣ ਇਹਦਾ ਮਤਲਬ ਕੀ ਆ ਵੀ ਕੀ ਕਰਨਾ ਪਊਗਾ ਹੁਣ ਆਪਾਂ ਨੂੰ? ਇਹ ਜੇ ਹੁਣ ਮੰਨ ਲਓ ਬਈ ਤੁਸੀਂ ਮੈਂ ਆਪਣੀ ਜੱਦੀ ਜਾਇਦਾਦ ਰੱਬ ਨਾ ਕਰੇ ਵੇਚਣੀ ਹੋਵੇ ਤਾਂ ਕੀ ਕਰਨਾ ਪਊ ਇਹਦਾ? ਓਕੇ, ਇਹ ਗਿਲ ਸਾਹਿਬ ਉਹਦੀ ਬੜੀਆਂ ਕਲੀਅਰ ਗਾਈਡਲਾਈਨਸ ਹੈਗੀਆਂ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਅੰਡਰ। ਸੋ ਆਰਬੀਆਈ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਊਗੀ, ਉਹ ਇੱਕ ਕਲੀਅਰੈਂਸ ਸਰਟੀਫਿਕੇਟ ਦੇਣਗੇ, ਉਸ ਤੋਂ ਬਾਅਦ ਹੀ ਤੁਸੀਂ ਆਪਣੀ ਪ੍ਰਾਪਰਟੀ ਜਿਹੜੀ ਹੈ ਉਹ ਸੈਲ ਕਰ ਸਕਦੇ ਆ। ਅੱਛਾ, ਤੇ ਉਹ ਪਰਮਿਸ਼ਨ ਫਿਰ ਪੰਗਾ ਪਾ ਸਕਦੀ ਹੈ ਕੋਈ? ਪਰਮਿਸ਼ਨ ਔਖੀ ਹੋਏਗੀ? ਹਾਂਜੀ ਹਾਂਜੀ, ਮੇਨ ਤੇ ਉਹਨਾਂ ਨੇ ਟੈਕਸ ਦਾ ਹੀ ਇਸ਼ੂ ਆ ਕਿ ਤੁਸੀਂ ਕੋਈ ਗਵਰਨਮੈਂਟ ਨੂੰ ਟੈਕਸ ਨਹੀਂ ਉਹ ਕਰ ਰਹੇ, ਉਹ ਸਾਰੀਆਂ ਚੀਜ਼ਾਂ ਦਾ ਕਲੀਅਰੈਂਸ ਦੇਣੀ ਉਹਨਾਂ ਨੇ ਕੋਈ ਵੀ ਪ੍ਰਾਪਰਟੀ ਡਿਸਪੋਜ਼ ਆਫ ਕਰਨ ਤੋਂ ਪਹਿਲਾਂ। ਸੋ ਇਹ ਗਾਈਡਲਾਈਨਸ ਬਹੁਤ ਪਹਿਲਾਂ ਦੀਆਂ ਬਣੀਆਂ ਹੋਈਆਂ, ਸੋ ਇਹ ਹੁਣ ਡਿਸੀਜਨ ਆਉਣ ਕਰਕੇ ਸੋ ਡਿਸਕਸ਼ਨ ਚੱਲਣ ਲੱਗੀ। ਸੋ ਇਹ ਪਹਿਲਾਂ ਦੀਆਂ ਹੀ ਇਨ ਪਲੇਸ ਹੈਗੀਆਂ ਜਿਹੜੀਆਂ ਫੋਰਨ ਐਕਸਚੇਂਜ ਮੈਨੇਜਮੈਂਟ ਦੀਆਂ ਗਾਈਡਲਾਈਨਸ ਹੈਗੀਆਂ, ਇਹ ਬਹੁਤ। ਹਾਂਜੀ, ਅੱਛਾ ਰੰਧਾਵਾ ਸਾਹਿਬ, ਇੱਕ ਹੋਰ ਸਮਝਾਇਓ ਜੀ, ਭਾਈਚਾਰੇ ਦੇ ਵਿੱਚ ਬੜੀ ਡਿਸਕਸ਼ਨ ਚੱਲਦੀ ਆ ਸਦਾ ਜਦ ਆਪਾਂ ਕਿਤੇ ਬਹਿਨੇ ਆ ਬਈ ਕੀ ਆਪਾਂ ਨੂੰ OCI ਲੈਣਾ ਚਾਹੀਦਾ ਜਾਂ ਨਹੀਂ। ਬਹੁਤ ਬੰਦੇ ਇਸ ਗੱਲ 'ਚ ਫਸ ਜਾਂਦੇ ਆ। ਦੇਖੋ ਜੀ, ਇਹ ਤਾਂ ਸਿਟੀਜ਼ਨਸ਼ਿਪ ਹੈ, ਰਾਜ ਕਿਤੇ ਫਸ ਗਏ, ਨਾ ਕੈਨੇਡਾ ਨੇ ਸਾਂਭਣਾ ਨਾ ਇੰਡੀਆ ਨੇ ਸਾਂਭਣਾ। ਤੁਸੀਂ ਦੇਖਿਆ ਹਰ ਇੱਕ ਦੀ ਆਪਣੀ ਮਰਜ਼ੀ ਹੈ, ਤੁਸੀਂ ਕੋਈ ਰੂਲ ਆਊਟ ਨਹੀਂ ਕਰ ਸਕਦੇ। ਬੀਇੰਗ ਏ ਲਾਇਰ, OCI ਦਾ ਸਮਝਾਇਓ ਲੋਕਾਂ ਨੂੰ ਵੀ OCI ਦੇ ਨਾਲ ਭਾਰਤ ਦਾ ਸਿਟੀਜ਼ਨ ਹੋ ਜਾਂਦਾ ਬੰਦਾ। ਨਹੀਂ ਜੀ, ਬੜੀਆਂ ਕਲੀਅਰ। ਸੋ ਹੁਣ ਮੇਰੇ ਖਿਆਲ ਨਾਲ 2016 ਦੇ ਵਿੱਚ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਪਹਿਲਾਂ ਜਿਹੜੀ OCI ਵਾਲੀ ਬੁੱਕਲੈਟ ਹੁੰਦੀ ਸੀ ਉੱਤੇ ਲਿਖਿਆ ਹੁੰਦਾ ਸੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਸੋ ਉਹ ਕਨਫਿਊਜ਼ ਕਰਦਾ ਸੀ ਕਿ ਸ਼ਾਇਦ ਇੰਡੀਆ ਦੀ ਸਿਟੀਜ਼ਨਸ਼ਿਪ ਹੈਗੀ ਆ। ਸੋ 2016 ਦੇ ਵਿੱਚ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਉਹਨੂੰ ਕਰਤਾ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ ਹੋਲਡਰ। ਸੋ ਉਹ ਉਸ ਕਨਫਿਊਜ਼ਨ ਨੂੰ ਖਤਮ ਕਰਨ ਵਾਸਤੇ। ਸੋ ਉਹ ਕੋਈ ਸਿਟੀਜ਼ਨਸ਼ਿਪ ਨਹੀਂ ਹੈਗੀ, ਕਿਉਂਕਿ ਇੰਡੀਆ ਦਾ ਕਨਸਟੀਟਿਊਸ਼ਨ ਡਿਊਲ ਸਿਟੀਜ਼ਨਸ਼ਿਪ ਅਲਾਉ ਨਹੀਂ ਕਰਦਾ। ਤੁਸੀਂ ਜਦੋਂ ਵੀ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਆ, ਉਸੇ ਦਿਨ ਤੋਂ ਹੀ ਆਟੋਮੈਟਿਕਲੀ ਤੁਹਾਡੀ ਇੰਡੀਆ ਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਹੈ। ਭਾਵੇਂ ਤੁਸੀਂ ਆਪਣੀ ਸਿਟੀਜ਼ਨਸ਼ਿਪ ਸਰੈਂਡਰ ਕਰੋ ਜਾਂ ਨਾ ਕਰੋ, ਜਦੋਂ ਤੁਸੀਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ, ਸੋ ਆਟੋਮੈਟਿਕਲੀ ਇੰਡੀਆ ਦੀ ਸਿਟੀਜ਼ਨਸ਼ਿਪ ਖਤਮ ਹੋ ਜਾਣੀ ਹੈ। ਸੋ OCI ਜਿਹੜੀ ਹੈਗੀ ਆ, ਉਹ ਸਿਰਫ ਤੁਹਾਡਾ ਲਾਈਫ ਲੌਂਗ ਵੀਜ਼ਾ ਹੈਗਾ ਆ। ਸੋ ਉਹ ਇੰਡੀਆ ਦੀ ਸਿਟੀਜ਼ਨਸ਼ਿਪ ਬਿਲਕੁਲ ਨਹੀਂ ਹੈਗੀ। ਉਹ ਜਿਵੇਂ ਆਪਾਂ ਪਰਮਾਨੈਂਟ ਰੈਜ਼ੀਡੈਂਸ ਕੈਨੇਡਾ ਦੀ ਲੈਂਦੇ ਆ, ਸੋ ਉਹ ਤੁਹਾਡੀ ਪਰਮਾਨੈਂਟ ਰੈਜ਼ੀਡੈਂਸ ਇੰਡੀਆ ਦੀ ਹੋਗੀ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਮਝ ਸਕਦੇ ਹੋ। ਅੱਛਾ, ਇੱਕ ਇਹਦੇ ਤੇ ਦੱਸਿਓ ਬਈ ਕਿਹੜੇ ਭਾਰਤ ਦੇ ਕਾਨੂੰਨ ਨੇ ਜਿਹੜੇ OCI ਕਰਕੇ ਲੱਗ ਸਕਦੇ ਆ ਬੰਦੇ ਤੇ ਬੀਇੰਗ ਵਿਜ਼ਟਰ ਵੀਜ਼ੇ ਲੱਗਣਗੇ? ਕਾਨੂੰਨ ਤੇ ਵੇਖੋ ਸਾਰੇ ਹੀ, ਜਦੋਂ ਤੁਸੀਂ ਉੱਥੇ ਉਸ ਲੈਂਡ ਤੇ ਚਲ ਗਏ ਹੈ ਨਾ, ਉਹ ਸਾਰੇ ਕਾਨੂੰਨ ਜਿਹੜੇ ਜਿਹੜਾ ਵੀ ਉੱਥੇ ਜਿਹੜਾ ਲਾ ਆਫ ਲੈਂਡ ਹੁੰਦਾ, ਉਹ ਸਾਰਿਆਂ ਦੀ ਇੰਪਲੀਮੈਂਟ ਹੁੰਦਾ, ਜਿਹੜੇ ਮਰਜ਼ੀ ਵੀਜ਼ੇ ਤੁਸੀਂ ਜਾਓ। ਸੋ ਇਦਾਂ ਦੀ ਕੋਈ ਐਕਸੈਪਸ਼ਨ ਨਹੀਂ ਹੈਗੀ ਜੀ। ਵੈਰੀ ਗੁੱਡ, ਕਿਉਂਕਿ ਇਹ ਗੱਲ ਜਿਹੜੀ ਕਰਦੇ ਆ, ਗਿਆ ਬੰਦਾ ਚਾਹੇ ਕੈਨੇਡੀਅਨ ਸਿਟੀਜ਼ਨ ਆ, ਵਿਜ਼ਿਟ ਤੇ ਗਿਆ, ਜਾਂ OCI ਆ ਕੈਨੇਡੀਅਨ ਸਿਟੀਜ਼ਨ ਆ, ਉਹਨੇ ਗੋਲੀ ਚਲਾਤੀ ਤੇ 307 ਲੱਗਣੀ ਚਾਹੇ ਵਿਜ਼ਿਟਰ ਵੀਜ਼ੇ ਤੇ ਚਾਹੇ OCI ਤੇ ਆ, ਤੇ ਉਸ ਲੈਂਡ ਚਾਹੇ OCI ਤੇ ਭਾਵੇਂ ਇੰਡੀਅਨ ਪਾਸਪੋਰਟ ਆ, ਉਹ ਤੇ ਹਾਂਜੀ ਬਿਲਕੁਲ ਲਾ ਆਫ ਲੈਂਡ ਤੇ ਸਾਰਿਆਂ ਦਾ ਹੀ ਲੱਗਣਾ ਜੀ। ਜਦੋਂ ਤੁਸੀਂ ਉੱਥੇ ਪਹੁੰਚ ਕੇ ਤੁਸੀਂ ਉਹੋ ਜਿਹੀ ਐਕਸੈਪਸ਼ਨ ਨਹੀਂ ਕਿਸੇ ਚ ਵੀ। ਹਾਂਜੀ, ਵੀ ਤੁਹਾਡੇ ਕੋਲ ਕੋਈ ਸਪੈਸ਼ਲ OCI ਆ ਜਾਂ ਉਹ ਕੋਈ ਐਕਸੈਪਸ਼ਨ ਹੈਗੀ ਹੈ। ਸੋ ਲਾ ਆਫ ਲੈਂਡ ਤੁਹਾਨੂੰ ਸਾਰਿਆਂ ਨੂੰ ਹੀ ਫੋਲੋ ਕਰਨਾ ਪੈਣਾ, ਐਂਡ ਉਹਦੇ ਕਨਸੀਕੁਐਂਸਸ ਵੀ ਸਾਰਿਆਂ ਦੀ ਇੱਕੋ ਜਿਹੀ ਹੈ। ਅੱਛਾ,
ਤੇ ਇੱਕੋ ਹੀ ਗੱਲ ਇਹਦੇ ਵਿੱਚ ਤੁਸੀਂ ਇਹਨੂੰ ਜੇ ਸਮ ਅਪ ਕਰੀਏ ਆਪਾਂ ਬਈ ਜਦ ਵੀ ਤੁਸੀਂ ਉੱਥੇ ਜਾਂਦੇ ਹੋ ਕੋਈ ਵੀ ਉਸ ਦੇਸ਼ ਦੇ ਇੱਕ ਤੇ ਕਨਫਿਊਜ਼ਨ ਜਿਹੜੀ ਆ ਕਿ ਜਿਹੜੀ NRI ਇੰਡੀਅਨ ਪਾਸਪੋਰਟ ਕੈਨੇਡੀਅਨ ਪਾਸਪੋਰਟ ਜਦੋਂ ਤੁਸੀਂ ਇੰਡੀਆ ਤੋਂ ਬਾਹਰ ਰਹਿਣ ਲੱਗ ਜਾਂਦੇ ਤੁਸੀਂ ਨਾਨ ਰੈਜ਼ੀਡੈਂਟ ਬਣ ਜਾਂਦੇ ਆ ਸੋ ਤੁਹਾਡੇ ਤੇ ਉਹ ਸਾਰੇ ਰੂਲ ਤੁਸੀਂ ਕੋਈ ਪ੍ਰਾਪਰਟੀ ਬਾਏ ਕਰਨੀ ਆ ਤੁਹਾਨੂੰ ਉਹ ਜਿਹੜੀਆਂ ਗਾਈਡਲਾਈਨਸ ਉਹ ਫੋਲੋ ਕਰਨੀਆਂ ਪੈਣੀਆਂ ਖਾਸ ਕਰਕੇ ਐਗਰੀਕਲਚਰ ਲੈਂਡ ਵਾਸਤੇ ਬਹੁਤ ਸਪੈਸੀਫਿਕ ਗਾਈਡਲਾਈਨਸ ਹੈਗੀਆਂ ਸੋ ਉਹ NRI ਤੇ ਵੀ ਉਵੇਂ ਹੀ ਲਾਗੂ ਹੁੰਦੀਆਂ ਭਾਵੇਂ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ ਜਾਂ ਤੁਹਾਡੇ ਕੋਲ ਕੋਈ ਤੁਸੀਂ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲਈ ਹੋਈ ਆ ਸੋ ਜਿਹੜੀਆਂ ਗਾਈਡਲਾਈਨਸ ਉਹ ਸਾਰਿਆਂ ਤੇ ਹੀ ਲਾਗੂ ਹੁੰਦੀਆਂ ਜੀ ਠੀਕ ਤੇ ਅਖੀਰ ਦੇ ਵਿੱਚ ਕੁਝ ਹੋਰ ਸਮਝਾਉਣਾ ਚਾਹੋ ਇਸ ਦੇ ਬਾਰੇ ਜਿਹੜੀ ਇਹ ਬੜੀ ਗੱਲਬਾਤ ਚੱਲ ਰਹੀ ਹੈ ਕਮਿਊਨਿਟੀ ਦੇ ਵਿੱਚ ਸੋ ਇਹਦਾ ਪ੍ਰੋਸੈਸ ਜਿਹੜਾ ਹੁਣ ਹੋਊਗਾ ਜਾਇਦਾਦ ਖਰੀਦਣੀ ਵੇਚਣੀ ਪਰਮਿਸ਼ਨ ਫਿਰ ਕਿੱਥੋਂ ਹੋਏਗੀ ਇਹਦਾ ਵਸਾ ਹੋਵੇ ਗਿਲ ਸਾਹਿਬ ਇਹ ਕੋਈ ਆਪਾਂ ਨੂੰ ਪ੍ਰੋਫੈਸ਼ਨਲ ਉੱਥੇ ਹਾਇਰ ਕਰਨਾ ਜਿਵੇਂ CA ਵਗੈਰਾ ਕਾਫੀ ਇਸ ਚੀਜ਼ ਨਾਲ ਡੀਲ ਕਰਦੇ ਆ ਉਹੀ ਪਰਮਿਸ਼ਨ ਅਪਲਾਈ ਕਰਕੇ ਉਹਦਾ ਇੱਕ ਸਪੈਸੀਫਿਕ ਫਾਰਮ ਹੁੰਦਾ ਆ ਫਿਲ ਕਰਕੇ ਅਪਲਾਈ ਕਰਨਾ ਪੈਂਦਾ ਤੇ ਫਿਰ ਉਹ ਤੁਹਾਨੂੰ ਸਪੈਸ਼ਲ ਪਰਮਿਸ਼ਨ ਮਿਲਦੀ ਆ ਸੋ ਉਹਦੇ ਵਾਸਤੇ ਜਿਹੜੀ ਤੁਹਾਡੀ ਕੋਈ ਸੇਲ ਪ੍ਰੋਸੀਡਸ ਵੀ ਆਉਣੇ ਆ ਉਹ ਵੀ ਸਪੈਸੀਫਿਕ ਤੁਹਾਡਾ NRE NRO ਅਕਾਊਂਟ ਖੁੱਲਿਆ ਹੋਣਾ ਚਾਹੀਦਾ ਉਹਦੇ ਵਿੱਚ ਹੀ ਤੁਸੀਂ ਡਿਪੋਜ਼ਿਟ ਕਰ ਸਕਦੇ ਆ ਮਨੀ ਸੋ ਉਹਦੇ ਵਾਸਤੇ ਤੁਸੀਂ ਮਨੀ ਇੱਥੇ ਲੈ ਕੇ ਆਉਣੀ ਆ ਉਹਦੇ ਵਾਸਤੇ ਵੀ ਸਪੈਸ਼ਲ ਹੁਣ ਨਵੀਆਂ ਗਾਈਡਲਾਈਨਸ ਵੀ ਆਈਆਂ ਤੁਹਾਡਾ ਕੁਝ ਮਨੀ ਉਹਨਾਂ ਨੇ ਹੋਲਡ ਕਰਨੀ ਆ ਜੇ ਤੁਸੀਂ ਆਪਣੀ ਇਨਕਮ ਟੈਕਸ ਫਾਈਲ ਕੀਤੀ ਹੋਈ ਆ ਜੇ ਨਹੀਂ ਕੀਤੀ ਹੋਈ ਤੇ ਫਿਰ 7% ਉਹਨਾਂ ਨੇ ਹੋਲਡ ਕਰਨਾ ਕੁਝ ਤੇ 9% ਹੈਗਾ ਆ ਸੋ ਤੁਸੀਂ ਪ੍ਰੋਫੈਸ਼ਨਲ ਜਿਹੜੇ ਅਕਾਊਂਟਿੰਗ ਨਾਲ ਰਿਲੇਟਡ ਹੈਗੇ CA ਵਗੈਰਾ ਹੈਗੇ ਉਹ ਤੁਸੀਂ ਕਰਕੇ ਤੁਸੀਂ ਪ੍ਰੋਪਰ ਚੈਨਲ ਨਾਲ ਹੀ ਸਾਰਾ ਕੁਝ ਕਰਨਾ ਚਾਹੀਦਾ ਜੇ ਤੁਸੀਂ ਪ੍ਰਾਪਰਟੀ ਡਿਸਪੋਜ਼ ਆਫ ਕਰਨੀ ਹੈ ਜਿਹੜੇ ਤੁਸੀਂ ਸੇਲ ਪ੍ਰੋਸੀਡਸ ਕਿਤੇ ਬਾਹਰ ਲੈ ਕੇ ਆਉਣੇ ਸੋ ਉਹਦੇ ਵਾਸਤੇ ਵੀ ਸਪੈਸੀਫਿਕ ਨਵੀਆਂ ਗਾਈਡਲਾਈਨਸ ਆਈਆਂ ਜਾਨੀ ਬੈਸਟ ਇਹ ਆ ਕੋਈ ਤੁਹਾਡੇ ਕੋਲ ਵਧੀਆ ਵਕੀਲ ਚਾਹੀਦਾ ਜਦ ਵੀ ਕੋਈ ਜ਼ਰੂਰਤ ਹੈ ਤੁਸੀਂ ਉੱਥੇ ਕੋਈ ਇਹੋ ਜਿਹਾ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਖਿਆਲ ਰੱਖਣ ਦੀ ਲੋੜ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਧੰਨਵਾਦ ਬਹੁਤ ਬਹੁਤ ਸਰ ਸਿਮਰਨ ਸਿੰਘ ਰੰਧਾਵਾ ਗੱਲਬਾਤ ਕਰ ਰਹੇ ਸੀ ਕਿ ਉੱਥੇ ਦੇ ਕੁਝ ਜਿਹੜੇ ਕਾਨੂੰਨ ਬਦਲਿਆ ਉਹਨਾਂ ਦਾ ਮਤਲਬ ਕੀ ਹੁਣ ਮੇਰੇ ਨਾਲ ਅਮਨਦੀਪ ਸਿੰਘ ਅਮਨ ਖਹਿਰਾ ਨੇ CWC ਤੋਂ ਇਹ ਚਿਰਾਂ ਬਾਅਦ ਗੱਲਬਾਤ ਹੋ ਰਹੀ ਹੈ ਖਹਿਰਾ ਜੀ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਅਰਸ਼ੀ ਅੱਛਾ ਜੀ COVID-19 ਦੇ ਚੱਲਦਿਆਂ ਹੁਣ ਮੈਨੂੰ ਦੱਸੋ ਵੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਵਰਕਰ ਵੀ ਆਉਣੇ ਨੇ PR ਵੀ ਆਉਣੇ ਨੇ ਸਟੂਡੈਂਟ ਵੀ ਆਉਣੇ ਨੇ ਕੋਈ ਵਰਕਰ ਹੈ ਜਿਹੜਾ ਉਹਨਾਂ ਦੇ ਬਾਰੇ ਪਹਿਲਾਂ ਸਮਝਾਓ ਵੀ ਇੰਡੀਆ ਤੋਂ ਜਦ ਅਪਲਾਈ ਕਰਦਾ ਹੈ LMIA ਤੇ ਫਿਰ ਉਹਦਾ ਕੀ ਸਿਸਟਮ ਹੈ ਜੇ LMIA ਤੇ ਇੱਥੇ ਆਉਣਾ ਪਰ ਇੰਡੀਆ ਤੋਂ ਆ ਇੱਥੇ ਵਰਕ ਪਰਮਿਟ ਤੇ ਸੌਰੀ ਵਿਜ਼ਿਟ ਤੇ ਨਹੀਂ ਆਇਆ ਹੋਇਆ ਉਹਦਾ ਪਹਿਲਾਂ ਸਮਝਾਓ ਜੀ ਬਾਕੀ ਦੂਸਰੇ ਪਾਸੇ ਫਿਰ ਚੱਲਦੇ ਜੀ ਬਿਲਕੁਲ ਜਦੋਂ ਵੀ ਕਿਸੇ ਵਿਅਕਤੀ ਨੇ ਕੈਨੇਡਾ ਦੇ ਵਿੱਚ ਦਾਖਲ ਹੋਣਾ ਜਿਹੜਾ EMPLOYER ਸਪੈਸੀਫਿਕ ਵਰਕ ਪਰਮਿਟ ਹੈ ਤਾਂ ਉਹਦੇ ਲਈ ਜਿਹੜਾ LMIA ਜਾਂ PNP ਜਿਹੜੀ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਅਪਰੂਵਲ ਹੈ ਉਹ ਹੋਣੀ ਲਾਜ਼ਮੀ ਹੁੰਦੀ ਹੈ ਭਾਈ ਜੀ ਜਿਹੜੀ ਕਿ ਕੈਨੇਡਾ ਦੇ ਦਫ਼ਤਰ ਤੋਂ ਮਿਲਦੀ ਹੈ ਤਾਂ ਜਦੋਂ ਇਹ ਐਪਲੀਕੇਸ਼ਨ ਅਪਰੂਵ ਹੁੰਦੀ ਹੈ ਤਾਂ ਸੈਕੰਡ ਸਟੇਜ 'ਚ ਐਪਲੀਕੇਸ਼ਨ ਵਰਕ ਪਰਮਿਟ ਦੀ ਦਾਖਲ ਹੁੰਦੀ ਹੈ ਨਾਓ ਜਦੋਂ ਵੀ LMIA ਅਪਰੂਵ ਹੁੰਦੀ ਹੈ ਇਹ ਮੰਨ ਨਹੀਂ ਲੈਣਾ ਚਾਹੀਦਾ ਵੀ ਵਰਕਰ ਨੂੰ ਜਿਹੜਾ ਵਰਕ ਪਰਮਿਟ ਹੈ ਉਹ ਗਾਰੰਟੀ ਹੋ ਗਿਆ ਜਦੋਂ ਵਰਕ ਪਰਮਿਟ ਤੁਹਾਡਾ ਐਪਲੀਕੇਸ਼ਨ ਫਾਈਲ ਹੋਣੀ ਹੈ ਤਾਂ ਉੱਥੇ IRCC ਦਾ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸ ਨੇ ਇਹ ਮੇਕ ਸ਼ੋਰ ਕਰਨਾ ਵੀ ਜਿਹੜਾ ਵਿਅਕਤੀ ਕੈਨੇਡਾ ਦੇ ਵਿੱਚ ਜਾ ਰਿਹਾ ਇਹ ਕੰਮ ਕਰਨ ਦੇ ਕਾਬਿਲ ਹੈ ਜੋ ਕੰਮ ਹਾਈ ਸਕਿੱਲ ਦਾ ਖਾਸ ਕਰਕੇ ਵਰਕ ਪਰਮਿਟ ਤੁਸੀਂ ਮੰਗ ਰਹੇ ਹੋ ਜੇ ਉਹ ਲੋ ਸਕਿੱਲ ਦਾ ਵਰਕ ਪਰਮਿਟ ਹੈ ਤਾਂ ਫਿਰ ਇਹ ਦੇਖਿਆ ਜਾਂਦਾ ਵੀ ਕੀ ਇਹ ਵਿਅਕਤੀ ਜਾ ਕੇ ਵਾਪਸ ਆਉਣ ਦੇ ਉਹਨਾਂ ਦੇ ਚਾਂਸਸ ਕੀ ਨੇ ਸੋ ਜਦੋਂ ਵੀ ਤੁਸੀਂ ਵਰਕ ਪਰਮਿਟ ਐਪਲੀਕੇਸ਼ਨ ਦਾਇਰ ਕਰਨੀ ਹੈ ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਵੀ ਜਿਹੜਾ ਵਿਅਕਤੀ ਦੀ ਤੁਸੀਂ ਫਾਈਲ ਕਰ ਰਹੇ ਹੋ ਉਹਨਾਂ ਕੋਲ ਸਕਿੱਲ ਕੀ ਹੈ ਕੀ ਉਹ ਸਕਿੱਲ ਜਿਹੜੀ ਤੁਹਾਡੀ ਇੰਪਲੋਇਮੈਂਟ ਰਿਕੁਆਇਰਮੈਂਟ ਹੈ ਤੇ ਨੌਕ ਦੀ ਰਿਕੁਆਇਰਮੈਂਟ ਹੈ ਉਹਨਾਂ ਨੂੰ ਮੀਟ ਕਰਦਾ ਜਾਂ ਨਹੀਂ ਕਰਦਾ ਨਾਓ ਜਿਹੜੀ ਐਪਲੀਕੇਸ਼ਨ ਜਦੋਂ ਤੁਸੀਂ ਫਾਈਲ ਕਰਦੇ ਹੋ ਵਰਕ ਪਰਮਿਟ ਦੀ ਖਾਸ ਕਰਕੇ ਇੰਡੀਆ ਦੇ ਵਿੱਚੋਂ ਤਾਂ ਉਦੋਂ ਰਿਫਿਊਜ਼ਲ ਰੇਟ ਬਹੁਤ ਹਾਈ ਹੈ ਜਿਹੜੇ ਲੇਟੈਸਟ ਬਾਈ ਜੀ ਸਟੈਟਸ ਆਏ ਨੇ ਵਰਲਡ ਓਵਰ ਜਿਹੜੀਆਂ ਡਿਫਰੈਂਟ ਵੀਜ਼ਾ ਪੋਸਟ ਨੇ ਉੱਥੋਂ ਅਸੀਂ ਕੁਝ ਡਾਟਾ ਕਢਵਾਇਆ ਸੀ ਡਿਫਰੈਂਟ ਵੀਜ਼ਾ ਪੋਸਟ ਦੇ ਉੱਤੇ
ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਜਿਹੜਾ ਉਹ ਨॉन ਡਿਸਕ੍ਰਿਮੀਨੇਟਰੀ ਪਾਲਿਸੀ ਤੇ ਕੰਮ ਕਰਦੀ ਹੈ, ਕਿਸੇ ਕਿਸਮ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਬਟ ਇਨਡਾਇਰੈਕਟ ਜ਼ਰੂਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਵੀ ਜਦੋਂ ਖਾਸ ਕਰਕੇ ਆਪਾਂ ਇੰਡੀਆ ਤੋਂ ਅਪਲਾਈ ਕਰਦੇ ਹਾਂ ਤਾਂ ਉੱਥੋਂ ਦਾ ਜਿਹੜਾ ਰਿਫਿਊਜ਼ਲ ਰੇਟ ਹੈ ਬਈ ਜੀ, ਜਿਹੜੇ ਆਪਾਂ ਨੂੰ ਸਟੈਟਸ ਆਏ ਨੇ ਉਹ ਅਪਰੂਵਲ ਰੇਟ ਨੂੰ ਲੈ ਕੇ ਆਏ ਨੇ। ਸੋ ਜਿਵੇਂ ਇਸਲਾਮਾਬਾਦ ਦਾ ਜਿਹੜਾ ਵਰਕ ਪਰਮਿਟ ਅਪਰੂਵਲ ਰੇਟ ਹੈ ਉਹ 60% ਹੈ, ਮੀਨਸ 40% ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਨੇ ਔਰ 60% ਅਪਰੂਵ ਹੁੰਦੀਆਂ ਨੇ। ਸੋ ਇਹਦੇ ਕੰਪੈਰੀਜ਼ਨ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ 'ਚ ਤਕਰੀਬਨ ਖਾਸ ਕਰਕੇ ਜਿਹੜੀ ਚੰਡੀਗੜ੍ਹ ਵੀਜ਼ਾ ਪੋਸਟ ਹੈ ਉਹਦਾ ਅਪਰੂਵਲ ਰੇਟ ਸਿਰਫ 34% ਹੈ, ਜਿਹੜਾ ਕਿ ਵਰਲਡ ਓਵਰ ਲੋਐਸਟ ਹੈ। ਸਿਰਫ ਇੱਕ ਅੱਧੀ ਹੋਰ ਕੋਈ ਇਹੋ ਜਿਹੀ ਵੀਜ਼ਾ ਪੋਸਟ ਹੋਏਗੀ ਜਿੱਥੇ ਜਿਹੜਾ ਇੰਨਾ ਘੱਟ ਸਕੋਰ ਹੈ। ਅਦਰਵਾਈਜ਼ ਜਿਵੇਂ ਤੁਸੀਂ ਹੋਰ ਐਗਜ਼ਾਮਪਲ ਦੇਵਾਂ, ਜਿਵੇਂ ਹੋਚੀਮਿਨ ਸਿਟੀ ਹੈ ਜਿਹੜੀ ਵੀਅਤਨਾਮ ਦੇ ਵਿੱਚ ਪੈਂਦੀ ਹੈ, ਉਹਨਾਂ ਦਾ ਅਪਰੂਵਲ ਰੇਟ 86% ਹੈ। ਸੋ ਜਿਹੜਾ ਕਿ ਹਾਂਗਕਾਂਗ ਤੋਂ ਵੀ ਜ਼ਿਆਦਾ ਹੈ ਔਰ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਉਹ ਵੀ ਸਿਰਫ 30 ਦਿਨ ਦਾ ਹੈ ਐਜ਼ ਕੰਪੇਅਰ ਟੂ ਇੰਡੀਆ ਜਿੱਥੇ 150 ਦਿਨ ਦਾ ਸਮਾਂ ਲੱਗ ਜਾਂਦਾ ਵਰਕ ਪਰਮਿਟ ਐਪਲੀਕੇਸ਼ਨ ਜਦੋਂ ਤੁਸੀਂ ਫਾਈਲ ਕਰਦੇ ਹੋ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਜਿਹੜੀ ਵੀਜ਼ਾ ਪੋਸਟ ਹੈ ਉੱਥੇ ਵੀ ਡਿਪੈਂਡ ਕਰਦਾ ਜਿਸ ਵੀਜ਼ਾ ਪੋਸਟ ਤੇ ਤੁਹਾਡੀ ਐਪਲੀਕੇਸ਼ਨ ਜਾ ਰਹੀ ਹੈ, ਲੱਗੀ ਹੋਈ ਹੈ। ਔਰ ਇਹ ਇੱਕ ਜਿਹੜੀ ਡਿਸਪੈਰਿਟੀ ਆਪਾਂ ਕਹਿ ਸਕਦੇ ਹਾਂ। ਸਰਕਾਰ ਤਾਂ ਖੈਰ ਜੇ ਤੁਸੀਂ ਸਰਕਾਰ ਨੂੰ ਇਹਦੇ ਬਾਰੇ ਗੱਲ ਕਰੋ ਜਾਂ MP ਸਾਹਿਬ ਨਾਲ ਗੱਲ ਕਰੋ ਤਾਂ ਉਹਨਾਂ ਕੋਲ ਤਾਂ ਰੀਜ਼ਨ ਇਹ ਹੋਊਗਾ ਵੀ ਜੀ ਨੰਬਰ ਆਫ ਐਪਲੀਕੇਸ਼ਨ ਬਹੁਤ ਵੱਧ ਨੇ, ਪਰ ਇਹ ਇੱਕ ਰੀਜ਼ਨ ਹੋ ਸਕਦਾ ਪਰ ਓਨਲੀ ਰੀਜ਼ਨ ਨਹੀਂ ਹੈਗਾ। ਰੀਜ਼ਨ ਇਹ ਵੀ ਹੈਗਾ ਵੀ ਜਿਹੜੀ ਸਰਕਾਰ ਦੇ ਐਡਮਿਨਿਸਟ੍ਰੇਟਿਵ ਡਿਸੀਜਨ ਨੇ ਉਹ ਵੀ ਫੇਅਰ ਨਹੀਂ ਹੁੰਦੇ। ਤਾਂ ਹੀ ਕਰਕੇ ਜਿਹੜੀ ਅਪੀਲ ਦਾ ਪ੍ਰੋਸੈਸ ਹੈ, ਕਿਉਂਕਿ ਆਮ ਕਰਕੇ ਮੈਂ ਵਿਅਕਤੀ ਦੇਖਿਆ ਜਦੋਂ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਫਿਰ ਉਹ ਫਿੰਗਰ ਪੁਆਇੰਟਿੰਗ ਸ਼ੁਰੂ ਹੋ ਜਾਂਦੀ ਹੈ ਵੀ ਇਹ ਤੁਹਾਡੀ ਮਿਸਟੇਕ ਸੀ ਜੀ, ਫਲਾਣੇ ਬੰਦੇ ਨੇ ਮੈਨੂੰ ਗਾਰੰਟੀ ਵਰਡ ਯੂਜ਼ ਕੀਤਾ ਸੀਗਾ ਜੀ, ਜਾਂ ਇਹ ਕਾਗਜ਼ਾਂ ਦੇ ਵਿੱਚ ਕੋਈ ਕਮੀ ਰਹਿ ਗਈ ਸੀ ਤਾਂ ਕਰਕੇ ਰਿਫਿਊਜ਼ ਹੋਇਆ। ਪਰ ਜਿਹੜੇ ਐਡਮਿਨਿਸਟ੍ਰੇਟਿਵ ਡਿਸੀਜਨਸ ਹੁੰਦੇ ਨੇ ਕਈ ਵਾਰ ਉਹ ਵੀ ਪ੍ਰੋਸੀਜਰਲੀ ਫੇਅਰ ਨਹੀਂ ਹੁੰਦੇ ਔਰ ਜਿਹੜੀ ਜਾਂ ਪ੍ਰੀ ਜੱਜ ਡਿਸੀਜਨ ਹੁੰਦੇ ਨੇ ਵੀ ਤੁਹਾਡੀ ਐਪਲੀਕੇਸ਼ਨ ਜਦੋਂ ਤੁਸੀਂ ਦਾਇਰ ਕਰਦੇ ਹੋ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਰਿਫਿਊਜ਼ਲ ਆ ਜਾਂਦਾ, ਈਵਨ ਦੋ ਤੁਸੀਂ ਮਲਟੀਪਲ ਕੰਟਰੀਜ਼ ਵਿਜ਼ਿਟ ਕੀਤਾ, ਤੁਹਾਡੇ ਪਹਿਲਾਂ ਕੋਈ ਪ੍ਰਾਇਰ ਰਿਫਿਊਜ਼ਲ ਨਹੀਂ ਹੈ, ਜਿਹੜੇ ਕਿ ਕਾਰਨ ਬਣ ਜਾਂਦੀ ਹੈ ਜਦੋਂ ਟਿਲਟ ਕਰਨ ਨੂੰ ਡਿਸੀਜਨ ਤੁਹਾਡੇ ਖਿਲਾਫ ਜਦੋਂ ਟਿਲਟ ਕਰਦਾ ਤਾਂ ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਨੇ। ਸੋ ਇਸੇ ਕਰਕੇ ਜਿਹੜਾ ਅਪੀਲ ਦਾ ਜਦੋਂ ਤੁਸੀਂ ਅਪੀਲ ਦਾਇਰ ਕਰਦੇ ਹੋ ਉਹਦਾ ਜਿਹੜਾ ਜੁਡੀਸ਼ੀਅਲ ਰਿਵਿਊ ਹੈ ਉਹਦਾ ਰੇਟ ਜਿਹੜਾ ਉਹ ਵੱਧਦਾ ਜਾ ਰਿਹਾ ਫੈਡਰਲ ਕੋਰਟਸ ਦੇ ਵਿੱਚ 80% ਤੱਕ ਹੈ। ਇਟ ਮੀਨਸ ਇੰਨੇ ਅਨਫੇਅਰ ਡਿਸੀਜਨ ਜਿਹੜੇ ਲਏ ਜਾਂਦੇ ਨੇ ਇਹਨਾਂ ਵੀਜ਼ਾ ਪੋਸਟ ਦੇ ਉੱਤੇ ਜਿੱਥੇ ਵੀਜ਼ਾ ਆਫਿਸਰ ਮਨਮਾਨੀ ਨਾਲ ਡਿਸੀਜਨ ਜਿਹੜਾ ਦੇ ਦਿੰਦਾ ਜੀ। ਅੱਛਾ, ਕੀ ਖਿਆਲ ਰੱਖਿਆ ਜਾਵੇ ਜੀ ਜਦ ਫਿਰ ਅਪਲਾਈ ਕਰਨਾ ਚੰਡੀਗੜ੍ਹ, ਕੀ ਖਿਆਲ ਰੱਖਿਆ ਜਾਵੇ? ਸੋ ਸਭ ਤੋਂ ਪਹਿਲਾਂ ਜਿਹੜਾ ਬਈ ਜੀ ਜਦੋਂ ਵੀ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੁੰਦਾ ਵੀ ਤੁਸੀਂ ਕਿਸ ਕੈਟੇਗਰੀ ਦੇ ਵਿੱਚ ਐਪਲੀਕੇਸ਼ਨ ਦਾਇਰ ਕਰ ਰਹੇ ਹੋ ਔਰ ਇੱਕ ਚੰਗੀ ਸਲਾਹ ਤੁਹਾਡੇ ਕੋਲ ਪਹਿਲਾਂ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿਉਂਕਿ ਇਹ ਵੀ ਇੱਕ ਰੀਜ਼ਨ ਮੈਂ ਦੇਣਾ ਚਾਹੂੰਗਾ ਵੀ ਚੰਡੀਗੜ੍ਹ ਦੇ ਵਿੱਚ ਹਾਈ ਰਿਫਿਊਜ਼ਲ ਰੇਟ ਕਿਉਂ ਹੈ, ਕਿਉਂਕਿ ਉੱਥੇ ਗੁੱਡ ਐਂਡ ਬੈਡ ਐਪਲੀਕੇਸ਼ਨਸ ਕਾਫੀ ਮਿਕਸ ਹੋ ਜਾਂਦੀਆਂ ਨੇ, ਬੈਡ ਐਪਲੀਕੇਸ਼ਨਸ ਬਹੁਤ ਵੱਧ ਜਾਂਦੀਆਂ ਨੇ। ਦੂਸਰਾ ਖਾਸ ਕਰਕੇ ਜਿਹੜੀ ਚੰਡੀਗੜ੍ਹ ਵੀਜ਼ਾ ਪੋਸਟ ਆ ਉੱਥੇ ਐਥਿਕਸ ਦੀ ਵੀ ਬਹੁਤ ਕਮੀ ਹੈ। ਜਿਹੜੇ ਉੱਥੇ ਦੇ ਏਜੰਟਸ ਨੇ ਜਾਂ ਤੁਹਾਡੇ ਰਿਪਰੈਜ਼ੈਂਟੇਟਿਵ ਬੈਠੇ ਨੇ ਜਿਹੜੇ ਆਊਟਸਾਈਡ ਕੈਨੇਡਾ ਬੈਠੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਵੀ ਸਰਕਾਰ ਲਈ ਇੱਕ ਬਹੁਤ ਬੜੀ ਸਿਰਦਰਦੀ ਬਣਿਆ ਹੋਇਆ। ਹਰ ਤਰ੍ਹਾਂ ਦਾ ਝੂਠਾ ਡਾਕੂਮੈਂਟ ਜਿਹੜਾ ਹੈਗਾ ਦਾਇਰ ਕੀਤਾ ਜਾਂਦਾ ਵੀਜ਼ਾ ਨੂੰ ਇਨਹਾਂਸ ਕਰਨ ਦੇ ਲਈ। ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ ਬਾਈ ਜੀ ਇਨਫੋਰਮੇਸ਼ਨ ਤੁਹਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ, ਕਿਸੇ ਕਿਸਮ ਦੀ ਕੋਈ ਮਿਸਰਿਪਰੈਜ਼ੈਂਟੇਸ਼ਨ ਨਹੀਂ ਹੋਣੀ ਚਾਹੀਦੀ। ਐਪਲੀਕੇਸ਼ਨ ਦਾਇਰ ਕਰਨ ਤੋਂ ਪਹਿਲਾਂ ਤੁਸੀਂ ਦੇਖਣੇ ਨੇ ਵੀ ਜਿਹੜੇ ਤੁਸੀਂ ਜਿਸ ਕੈਟੇਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ, ਖਾਸ ਕਰਕੇ ਆਪਾਂ ਵਰਕ ਪਰਮਿਟ ਦੀ ਅੱਜ ਗੱਲ ਕਰਦੇ ਹਾਂ, ਜੇ ਵਰਕ ਪਰਮਿਟ 'ਚ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਲੋੜੀਂਦਾ ਐਕਸਪੀਰੀਅੰਸ ਹੋਣਾ ਚਾਹੀਦਾ ਔਰ ਉਹ ਡਾਇਰੈਕਟਲੀ ਰਿਲੇਟਡ ਐਕਸਪੀਰੀਅੰਸ ਹੋਣਾ ਚਾਹੀਦਾ। ਜੇ ਉਹ ਡਾਇਰੈਕਟਲੀ ਰਿਲੇਟਡ ਐਕਸਪੀਰੀਅੰਸ ਨਹੀਂ ਹੈਗਾ ਤਾਂ ਫਿਰ ਤੁਸੀਂ LMI ਦੇ ਜਿਹੜੇ ਪ੍ਰੀ ਰਿਕੁਇਜ਼ਿਟਸ ਨੂੰ ਮੀਟ ਨਹੀਂ ਕਰਦੇ ਔਰ ਰਿਫਿਊਜ਼ਲ ਜਿਹੜਾ ਤੁਹਾਡਾ ਫॉर ਸ਼ੋਰ ਹੋ ਜਾਂਦਾ। ਤੀਸਰੀ ਚੀਜ਼ ਹੈ ਜਿਹੜਾ 179 ਹੈ, ਜਿਹੜਾ ਇੱਕ ਟੂਲ ਮਿਲਿਆ ਹੋਇਆ ਵੀਜ਼ਾ ਆਫਿਸਰ ਨੂੰ ਜਿਹਦੇ ਅਧੀਨ ਇੱਕ ਗ੍ਰੇ ਏਰੀਆ ਬਣ ਜਾਂਦਾ ਜਿੱਥੇ ਵੀਜ਼ਾ ਆਫਿਸਰ ਤੁਹਾਡੇ ਖਿਲਾਫ ਡਿਸੀਜਨ ਲੈ ਸਕਦਾ, ਭਾਵੇਂ ਕਿ ਤੁਸੀਂ ਡਾਇਰੈਕਟਲੀ ਰਿਲੇਟਡ ਐਕਸਪੀਰੀਅੰਸ ਹੈ, ਤੁਹਾਡੀ ਕਾਫੀ ਸਟਰੋਂਗ ਫਾਈਨੈਂਸ਼ੀਅਲ ਐਬਿਲਿਟੀ ਹੈ, ਤਾਂ ਫਿਰ ਵੀ ਤੁਹਾਡੇ ਖਿਲਾਫ ਡਿਸੀਜਨ ਜਿਹੜਾ ਉਹ ਲਿਆ ਜਾ ਸਕਦਾ। ਉਹਦਾ ਸਿੰਪਲ ਕਾਰਨ ਹੈ ਕੁਝ ਟੈਸਟ ਤੁਹਾਡੇ ਤੇ ਰਨ ਕੀਤੇ ਜਾਂਦੇ ਨੇ।
ਇਹ ਮੈਂ ਗੱਲ ਕਰ ਰਿਹਾ ਬਾਈ ਜੀ, ਜਿਹੜੀਆਂ ਐਪਲੀਕੇਸ਼ਨਾਂ ਨੂੰ ਪ੍ਰੋਪਰਲੀ ਤਰੀਕੇ ਨਾਲ ਅਸੈਸ ਕੀਤਾ ਜਾਂਦਾ ਹੈ। ਮੈਜੋਰਟੀ ਆਫ ਐਪਲੀਕੇਸ਼ਨ ਜਿਹੜੀਆਂ ਨੇ ਉਹ ਪਹਿਲੀ ਜਿਹੜੀ ਅਸੈਸਮੈਂਟ ਹੈ ਉਹਦੇ ਵਿੱਚ ਹੀ ਫੇਲ ਹੋ ਜਾਂਦੀਆਂ ਨੇ। ਜਿਹੜੀ ਐਡਮਿਨਿਸਟ੍ਰੇਟਿਵਲੀ ਜਦੋਂ ਇੰਨੀਆਂ ਨੰਬਰ ਆਫ ਐਪਲੀਕੇਸ਼ਨ ਜਾਂਦੀਆਂ ਨੇ ਤਾਂ ਜਿਹੜਾ ਥੱਲੇ ਵਾਲਾ ਸਟਾਫ ਹੈ ਉਹੀ ਤੁਹਾਡੀ ਐਪਲੀਕੇਸ਼ਨ ਬਿਨਾਂ ਪੜ੍ਹੇ, ਈਵਨ ਦੋ ਤੋਂ ਐਵੀਡੈਂਸ ਹੁੰਦਾ, ਐਵੀਡੈਂਸ ਜਿਹੜਾ ਹੈਗਾ ਉਹ ਸਾਬਤ ਕਰਦਾ ਵੀ ਤੁਸੀਂ ਵਾਪਸ ਆ ਜਾਓਗੇ ਹੋਮ ਕੰਟਰੀ ਦੇ ਵਿੱਚ, ਫਿਰ ਵੀ ਉਹਨੂੰ ਦੇਖਿਆ ਨਹੀਂ ਜਾਂਦਾ ਔਰ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ। ਸੋ ਜਦੋਂ ਤੁਸੀਂ ਅਪਲਾਈ ਕਰਨਾ, ਜਿਹੜਾ ਚੰਗਾ ਐਪਲੀਕੈਂਟ ਹੈ ਜਾਂ A ਕੈਟਾਗਰੀ ਦੀ ਜਿਹੜੀ ਐਪਲੀਕੈਂਟ ਹੈ ਉਹ ਹੁੰਦਾ ਜਿਹੜੇ ਬੰਦੇ ਨੇ ਪਹਿਲਾਂ ਟਰੈਵਲ ਕੀਤਾ ਕਿਸੇ ਡਿਵੈਲਪਡ ਕੰਟਰੀ ਦੇ ਵਿੱਚ, ਉਹਨਾਂ ਦਾ ਪ੍ਰਾਇਰ ਕੋਈ ਰਿਫਿਊਜ਼ਲ ਨਹੀਂ ਹੈ, ਉਹਨਾਂ ਦੀ ਚੰਗੀ ਫਾਈਨੈਂਸ਼ੀਅਲ ਐਬਿਲਿਟੀ ਹੈ, ਉਹਨਾਂ ਦੇ ਬਹੁਤ ਚੰਗੀਆਂ ਸਟਰੋਂਗ ਟਾਈਜ਼ ਨੇ ਹੋਮ ਕੰਟਰੀ ਦੇ ਵਿੱਚ, ਬੈਲੈਂਸ ਆਫ ਫੈਮਿਲੀ ਟੈਸਟ ਦੇ ਅਧੀਨ ਉਹਨਾਂ ਦੀ ਜ਼ਿਆਦਾ ਫੈਮਿਲੀ ਜਾਂ ਜ਼ਿਆਦਾ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਹੋਮ ਕੰਟਰੀ ਦੇ ਵਿੱਚ ਰਹਿ ਰਹੇ ਨੇ ਜਿੱਥੋਂ ਆ ਰਹੇ ਨੇ। ਸੋ ਇਸ ਤੋਂ ਇਲਾਵਾ ਕੋਈ ਉਹਨਾਂ ਦੇ ਜਿਹੜੀ ਕਿਸੇ ਕਿਸਮ ਦੀ ਕੋਈ ਉਹਨਾਂ ਨੇ ਪਹਿਲਾਂ ਕੋਈ ਬ੍ਰੀਚ ਨਹੀਂ ਕੀਤਾ ਇਮੀਗ੍ਰੇਸ਼ਨ ਦਾ ਜਿਸ ਕੰਟਰੀ ਦੇ ਵਿੱਚ ਉਹ ਗਏ ਸੀ। ਸੋ ਇਹ ਸਾਰੀਆਂ ਚੀਜ਼ਾਂ ਇੱਕ ਪੋਜ਼ਿਟਿਵ ਫੈਕਟਰਸ ਨੇ ਜਿਹੜੀ ਤੁਹਾਡੀ ਐਪਲੀਕੇਸ਼ਨ ਦੇ ਚਾਂਸ ਨੂੰ ਇਨਹਾਂਸ ਕਰਦੀਆਂ ਨੇ। ਜਿਹੜਾ ਮਾੜਾ ਕੈਂਡੀਡੇਟ ਹੈ ਉਹ ਹੁੰਦਾ ਵੀ ਜਿਹੜਾ ਪਹਿਲਾਂ ਰਿਫਿਊਜ਼ ਹੋਇਆ, ਮਲਟੀਪਲ ਟਾਈਮਸ ਰਿਫਿਊਜ਼ ਹੋਇਆ, ਮਲਟੀਪਲ ਅਟੈਂਪਟਸ 'ਚ ਰਿਫਿਊਜ਼ ਹੋਇਆ, ਪਹਿਲਾਂ ਤੁਹਾਡੇ ਤੇ ਮਿਸਰਿਪ੍ਰੈਜ਼ੈਂਟੇਸ਼ਨ ਦੇ ਕਦੇ ਦੋਸ਼ ਲੱਗੇ ਹੋਣ ਤਾਂ ਫਿਰ ਤੁਸੀਂ ਦੁਬਾਰਾ ਇੱਕ ਰਿਪੀਟ ਐਪਲੀਕੈਂਟ ਹੈਗੇ ਹੋ ਜਿੱਥੇ ਤੁਹਾਡੀ ਕ੍ਰੈਡੀਬਿਲਿਟੀ ਦਾ ਇਸ਼ੂ ਹੈ। ਤੁਸੀਂ ਜਿਹੜੀ LMIA ਦੀ ਬੇਸਿਕ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਮੀਟ ਨਹੀਂ ਕਰਦੇ ਔਰ ਇਸ ਤੋਂ ਇਲਾਵਾ ਤੁਸੀਂ ਪਹਿਲਾਂ ਕਦੇ ਟਰੈਵਲ ਨਹੀਂ ਕੀਤਾ। ਟਰੈਵਲ ਬਾਰੇ ਬਾਈ ਜੀ ਮੈਂ ਥੋੜੇ ਐਡੀਸ਼ਨ ਕਰਨਾ ਚਾਹੂੰਗਾ, ਇਹਦੇ 'ਚ ਫੈਡਰਲ ਕੋਰਟ ਦਾ ਆਲਰੇਡੀ ਜਜਮੈਂਟ ਆ ਗਿਆ ਵੀ ਜੇ ਕਿਸੇ ਇੰਡੀਵਿਜੂਅਲ ਨੇ ਪ੍ਰਾਇਰ ਟਰੈਵਲ ਨਹੀਂ ਹੈ ਉਹ ਇੱਕ ਓਨਲੀ ਕਾਰਨ ਨਹੀਂ ਬਣ ਸਕਦਾ ਐਪਲੀਕੇਸ਼ਨ ਨੂੰ ਰਿਫਿਊਜ਼ ਕਰਨ ਦਾ। ਸੋ ਜਿਹੜਾ ਵੀਜ਼ਾ ਆਫਿਸਰ ਹੈ ਉਹਦੀ ਪਾਲਿਸੀ ਇੰਟੈਂਟ ਦੇ ਵਿੱਚ ਵੀ ਇਹ ਕਲੀਅਰਲੀ ਮੈਂਸ਼ਨਡ ਹੈ ਔਰ ਡਿਊਟੀ ਵੀ ਬਣਦੀ ਹੈ ਵੀ ਇਹਨੂੰ ਇੱਕ ਓਨਲੀ ਫੈਕਟਰ ਲੈ ਕੇ ਰਿਫਿਊਜ਼ ਨਾ ਕਰੇ। ਸੋ ਜੇ ਕਿਸੇ ਦਾ ਵੀਜ਼ਾ ਆਫਿਸਰ ਸਿਰਫ ਇਹ ਫੈਕਟਰ ਲੈ ਕੇ ਰਿਫਿਊਜ਼ ਕਰਦਾ ਵੀ ਇਹਨੇ ਬਾਹਰਲੀ ਕੰਟਰੀ ਕਦੇ ਟਰੈਵਲ ਨਹੀਂ ਕੀਤਾ ਤੇ ਫਿਰ ਉਹ ਜਿਹੜੇ ਫੈਡਰਲ ਕੋਰਟ ਦੇ ਵਿੱਚ ਤੁਸੀਂ ਕਾਫੀ ਆਸਾਨੀ ਨਾਲ ਵੀਜ਼ਾ ਆਫਿਸਰ ਦਾ ਡਿਸੀਜਨ ਜਿਹੜਾ ਚੈਲੰਜ ਕਰ ਸਕਦੇ ਹੋ। ਪਰ ਇਹ ਇੱਕ ਡਿਫਰੈਂਸ ਹੁੰਦਾ ਜਦੋਂ ਵੀ ਸਾਡੇ ਕੋਲ ਕੋਈ ਸਲਾਹ ਕਰਨਾ ਹੁੰਦਾ ਤਾਂ ਆਪਾਂ ਕਲਾਇੰਟ ਨੂੰ ਦੱਸ ਸਕਦੇ ਹਾਂ ਕਾਫੀ ਹੱਦ ਤੱਕ ਵੀ ਇਹਨਾਂ ਦੇ ਚਾਂਸਸ ਕੀ ਨੇ, ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ। ਫਿਰ ਐਪਲੀਕੈਂਟ ਜਿਹੜਾ ਇਨਫੋਰਮ ਡਿਸੀਜਨ ਬਣਾਉਂਦਾ। ਜੇ ਹਾਈ ਰਿਸਕ ਆਫ ਰਿਫਿਊਜ਼ਲ ਹੈ ਉਹ ਐਪਲੀਕੇਸ਼ਨ ਨੂੰ ਅਵੋਇਡ ਕਰਨਾ ਚਾਹੀਦਾ, ਅਪਲਾਈ ਨਹੀਂ ਕਰਨਾ ਚਾਹੀਦਾ ਜਿੰਨੀ ਦੇਰ ਉਹ ਜਿਹੜੇ ਨੈਗੇਟਿਵ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਉਹਨੂੰ ਓਵਰਕਮ ਨਾ ਕਰ ਲਓ, ਫਿਰ ਤੁਸੀਂ ਜਿਹੜੀ ਐਪਲੀਕੇਸ਼ਨ ਦਾਇਰ ਕਰੋ। ਅੱਛਾ, ਇੱਕ ਇਹ ਵੀ ਦੱਸ ਦਿਓ ਕਿ ਹੁਣ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸ ਆ AI ਹੈ ਉਹ ਕਿੰਨੇ ਕੁ ਡਿਸੀਜਨਾਂ 'ਚ ਕੰਪਿਊਟਰ ਇਹ ਕਹਿੰਦਾ ਵੀ ਨਾ ਇਹ ਨਹੀਂ ਬੰਦਾ ਸੂਟ ਜੀ ਬਹੁਤ ਇਹਦਾ ਵੱਡਾ ਪ੍ਰਭਾਵ ਹੈ ਔਰ ਖਾਸ ਕਰਕੇ ਜਿਹੜੀ ਲਾਅ ਸੁਸਾਇਟੀਜ਼ ਨੇ ਇਹਨਾਂ ਨੂੰ ਬਿਲਕੁਲ ਚੈਲੰਜ ਕਰ ਰਹੇ ਨੇ ਇਸ ਪ੍ਰੋਸੈਸ ਨੂੰ ਯੂਜ਼ ਕਰਨ ਦੇ ਲਈ, ਕਿਉਂਕਿ ਜਿਹੜੀ ਇਹ ਕੰਬੀਨੇਸ਼ਨਸ ਬਣਾਈਆਂ ਜਾਂਦੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਔਰ ਖਾਸ ਕਰਕੇ ਜਿਹੜੀਆਂ ਵੀਜ਼ਾ ਪੋਸਟ ਇੰਡੀਆ ਦੇ ਵਿੱਚ ਹੈ, ਬੰਗਲੌਰ ਦੇ ਵਿੱਚ ਇਹ ਚੀਜ਼ ਜਿਹੜੀ ਯੂਜ਼ ਹੁੰਦੀ ਹੈ ਜਦੋਂ ਆਪਾਂ ਆਨਲਾਈਨ ਐਪਲੀਕੇਸ਼ਨ ਨੂੰ ਦਾਇਰ ਕਰਦੇ ਹਾਂ ਉੱਥੇ ਕੰਬੀਨੇਸ਼ਨਸ ਮਿਲਾਏ ਜਾਂਦੇ ਨੇ ਜਿੱਥੇ ਕੰਪਿਊਟਰ ਨੂੰ ਡਿਸੀਜਨ ਲੈਣ ਦਾ ਜਿਹੜਾ ਹੱਕ ਦਿੱਤਾ ਜਾਂਦਾ ਵੀ ਉਹ ਤੁਹਾਡੀ ਜਿਹੜੀ ਜਦੋਂ ਤੁਹਾਡੀ ਇਨਫੋਰਮੇਸ਼ਨ ਤੁਸੀਂ ਫੀਡ ਇਨ ਕਰ ਰਹੇ ਹੋ, ਇਨਫੋਰਮੇਸ਼ਨ ਦੇ ਰਹੇ ਹੋ ਕੰਪਿਊਟਰ ਨੂੰ, ਤਾਂ ਉਹ ਕੰਬੀਨੇਸ਼ਨ ਮਿਲਾ ਕੇ ਐਨਾਲਿਸਿਸ ਕਰਦੇ ਨੇ ਜਿਹਦੇ ਨਾਲ ਉਹ ਡਿਸਾਈਡ ਕਰਦਾ ਹੈ ਕੰਪਿਊਟਰ ਵੀ ਇਹ ਵੀਜ਼ਾ ਜਿਹੜਾ ਮਾਫ ਕਰਨਾ ਜਿਹੜਾ ਐਪਲੀਕੈਂਟ ਹੈ ਇਹਨਾਂ ਦੀ ਪ੍ਰੋਬੇਬਿਲਿਟੀ ਕੀ ਹੈ ਵੀ ਉਹ ਕੈਨੇਡਾ ਨੂੰ ਛੱਡ ਪਾਉਣਗੇ। ਨਾ ਇਹਦੇ 'ਚ ਜਿਹੜੀ ਫੈਕਟਰਸ ਐਨਾਲਾਈਜ਼ ਕੀਤੇ ਜਾਂਦੇ ਨੇ ਉਹ ਫੈਕਟਰਸ ਇਹੀ ਐਨਾਲਾਈਜ਼ ਕੀਤੇ ਜਾਂਦੇ ਨੇ। ਪ੍ਰਾਇਮਰੀ ਫੈਕਟਰ ਜਿਹੜਾ ਲਿਆ ਜਾਂਦਾ ਉਹ ਲਿਆ ਜਾਂਦਾ ਪ੍ਰਾਇਰ ਰਿਫਿਊਜ਼ਲ ਨੂੰ ਲੈ ਕੇ। ਸੋ ਨਾਓ ਪ੍ਰਾਇਰ ਰਿਫਿਊਜ਼ਲ ਬਾਈ ਜੀ ਇੱਕ ਇਹੋ ਜਿਹਾ ਇਸ਼ੂ ਹੈਗਾ ਵੀ ਜੇ ਕਿਸੇ ਐਪਲੀਕੈਂਟ ਦੀ ਰਿਫਿਊਜ਼ਲ ਹੋ ਗਈ ਉਹਦਾ ਇੱਕ ਕਾਰਨ ਹੁੰਦਾ ਵੀ ਕਿਉਂ ਰਿਫਿਊਜ਼ ਹੋਇਆ। ਰੈਸ ਜੁਡੀਕਾਟਾ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ, ਲੀਗਲ ਟਰਮ ਹੈ ਜਿਹਦਾ ਮਤਲਬ ਹੈਗਾ ਵੀ ਜੇ ਕੋਈ ਇੰਡੀਵਿਜੂਅਲ ਪ੍ਰਾਇਰ ਰਿਫਿਊਜ਼ਲ ਹੋ ਚੁੱਕਿਆ ਉਹਦਾ ਔਰ ਨਿਊ ਐਪਲੀਕੇਸ਼ਨ ਨੂੰ ਦਾਇਰ ਕਰ ਰਿਹਾ ਤਾਂ ਨਵਾਂ ਆਫਿਸਰ ਉਹ ਤੇ ਅਸਾਈਨ ਹੋਊਗਾ ਜਿਹੜਾ ਡਿਸਾਈਡ ਕਰੂਗਾ ਐਪਲੀਕੇਸ਼ਨ ਨੂੰ। ਨਾਓ ਜੇ ਉਹਨਾਂ ਦੇ ਕੋਲ ਇੱਕ ਓਵਰਕਮ ਕਰਨ ਦੇ ਲਈ ਇਨਫ ਐਵੀਡੈਂਸ ਹੈਗਾ ਤਾਂ ਫਿਰ ਪ੍ਰਾਇਰ ਰਿਫਿਊਜ਼ਲ ਇੰਪੈਕਟ ਨਹੀਂ ਬਣੇਗਾ ਨਵਾਂ ਡਿਸੀਜਨ ਜਿਹੜਾ ਵੀਜ਼ਾ ਆਫਿਸਰ ਬਣਾ ਰਿਹਾ। ਨਾਓ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੇ ਕੇਸਿਸ ਪ੍ਰਾਇਰ ਰਿਫਿਊਜ਼ ਹੋ ਗਏ ਇਹੋ ਜਿਹਾ ਕੋਈ ਕੰਬੀਨੇਸ਼ਨ ਨਹੀਂ ਹੈ ਜਿਹਦੇ ਨਾਲ ਕੰਪਿਊਟਰ ਐਨਾਲਾਈਜ਼ ਕਰ ਲੇ ਵੀ ਰੈਸ ਜੁਡੀਕਾਟਾ ਤੇ ਐਪਲੀਕੇਬਲ ਹੁੰਦਾ ਕਿ ਨਹੀਂ ਹੁੰਦਾ। ਜੇ ਰੈਸ ਜੁਡੀਕਾਟਾ ਐਪਲੀਕੇਬਲ ਹੁੰਦਾ ਤੇ ਇੰਡੀਵਿਜੂਅਲ ਨੂੰ ਓਵਰਕਮ ਕਰ ਰਿਹਾ ਤਾਂ ਕੰਪਿਊਟਰ ਕੋਲ ਕੋਈ ਵੀ ਇਹੋ ਜਿਹਾ ਟੈਕਨੀਕ ਨਹੀਂ ਹੈ ਵੀ ਉਹ ਉਸ ਚੀਜ਼ ਨੂੰ
ਜਿਹੜਾ ਵੇਟ ਦੇ ਸਕੇ ਔਰ ਤੁਹਾਡੇ ਕੇਸ ਨੂੰ ਤੁਹਾਡੇ ਫੇਵਰ 'ਚ ਡਿਸਾਈਡ ਕਰ ਦੇ। ਉਹਨਾਂ ਨੇ ਸਿਰਫ ਇਹ ਦੇਖਣਾ ਵੀ ਪ੍ਰਾਇਰ ਰਿਫਿਊਜ਼ਲ ਹੈਗੀ, ਇਫ ਯੂ ਸੇ ਯੈਸ ਮੀਨਿੰਗ ਤੁਸੀਂ ਬਹੁਤ ਸਟਰੋਂਗ, ਤੁਹਾਡੇ ਤੇ ਨੈਗੇਟਿਵਲੀ ਇੰਪੈਕਟ ਕਰੇਗਾ। ਈਵਨ ਦੋ ਤੁਸੀਂ ਪ੍ਰਾਇਰ ਰਿਫਿਊਜ਼ਲ ਦੇ ਜਿਹੜੇ ਕਾਰਨ, ਜਿਸ ਕਾਰਨ ਕਰਕੇ ਰਿਫਿਊਜ਼ ਹੋਇਆ ਸੀ ਕੇਸ, ਚਾਹੇ ਉਹ ਬੜਾ ਬੇਸਿਕ ਕਾਰਨ ਕਰਕੇ ਰਿਫਿਊਜ਼ ਹੋਇਆ ਸੀ, ਤੁਸੀਂ ਓਵਰਕਮ ਕਰ ਚੁੱਕੇ ਹੋ ਉਹਨੂੰ, ਪਰ ਨੈਗੇਟਿਵਲੀ ਲਿਆ ਜਾਏਗਾ ਔਰ ਤੁਹਾਡੀ ਐਪਲੀਕੇਸ਼ਨ ਦਾ ਜਿਹੜਾ ਬਹੁਤ ਸਟਰੋਂਗ ਚਾਂਸ ਆ ਵੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਰਿਫਿਊਜ਼ ਹੋ ਜਾਏ। ਇਸੇ ਕਰਕੇ ਇਹ ਸਾਰੀਆਂ ਐਪਲੀਕੇਸ਼ਨ ਬਾਈ ਜੀ ਕੋਰਟ ਦੇ ਵਿੱਚ ਜਦੋਂ ਜਾਂਦੀਆਂ ਨੇ ਤਾਂ ਬਹੁਤ ਹਾਈ ਅਪਰੂਵਲ ਰੇਟ ਹੈ ਇਹਨਾਂ ਕਾਰਨਾਂ ਕਰਕੇ। ਸੋ ਇਹ ਇੱਕ ਬਹੁਤ ਡਿਸਕਰੇਜਿੰਗ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨਾ, ਸਪੈਸ਼ਲੀ ਡਿਸੀਜਨ ਮੇਕਿੰਗ ਦੇ ਵਿੱਚ। ਅਖੀਰ 'ਚ ਕੁਝ ਹੋਰ ਐਡ ਕਰਨਾ ਚਾਹੋ ਜੀ ਇਸ ਵਰਕ ਪਰਮਿਟ ਵਾਲੇ ਚੱਕਰ ਦੇ ਵਿੱਚ? ਇੱਕ ਤਾਂ ਪੂਰਾ ਸੈਟ ਪ੍ਰੋਟੋਕਾਲ ਹੈ ਵੀ ਵਿਜ਼ਿਟ ਤੇ ਆਓ, ਇੱਥੇ ਨਾਲ ਚਿੱਠੀ ਲਾਓ, ਆਮ ਰੇਟ ਘੱਟ ਹੈ, ਚਿੱਠੀ ਵਾਲਾ ਰੇਟ ਵੱਧ ਹੈ, ਇੱਥੇ ਆ ਕੇ ਫਿਰ ਬਾਰਡਰ ਤੋਂ ਗੇੜਾ ਜਾਂ ਦੇ ਕੇ LMIA ਮਤਲਬ LMIA ਲੈ ਲਓ। ਇੱਕ ਤਾਂ ਉਹ ਬਹੁਤ ਪ੍ਰਚਲਿਤ ਹੈ। ਹੁਣ ਜੇ ਭਾਰਤ ਤੋਂ ਕਿਸੇ ਨੇ ਉੱਥੋਂ ਪੱਕੇ ਪੈਰੀਂ ਆਉਣਾ ਹੋਵੇ, ਅਖੀਰ 'ਚ ਉਹਦੀਆਂ ਕੁਝ ਗਾਈਡਲਾਈਨਸ ਦੇ ਕੇ ਜਾਓ ਜੀ। ਬਿਲਕੁਲ, ਜਿਹੜਾ ਬਾਰਡਰ ਤੋਂ ਵਰਕ ਪਰਮਿਟ ਇਸ ਲਈ ਬਈ ਜੀ ਮਿਲਣ ਦੀ ਜਿਹੜੀ ਸੰਭਾਵਨਾ ਹੈ ਜਾਂ ਅਪਰੂਵਲ ਰੇਟ ਇੰਨਾ ਹਾਈ ਹੈ ਬਿਕੋਜ਼ ਜਿਹੜੇ ਵੀਜ਼ਾ, ਜਿਹੜੇ ਪੋਰਟ ਆਫ ਐਂਟਰੀ ਤੇ ਆਫਿਸਰ ਹੈ ਉਹ ਟੈਸਟ ਨਹੀਂ ਰਨ ਕਰਦਾ ਵੀ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਕੰਮ ਕਰਨ ਤੋਂ ਬਾਅਦ ਰਹੇਗਾ ਜਾਂ ਨਹੀਂ ਰਹੇਗਾ। ਉਹ ਟੈਸਟ ਰਨ ਨਹੀਂ ਹੁੰਦਾ, ਉਹ ਸਿਰਫ ਦੇਖਦੇ ਨੇ ਵੀ ਇਹ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ ਹੈ ਔਰ ਜੌਬ ਆਫਰ ਜਿਹੜੀ ਉਹ ਕਿਸ ਤਰ੍ਹਾਂ ਮਿਲੀ ਸੀ। ਇਸੇ ਕਰਕੇ ਅਪਰੂਵਲ ਰੇਟ ਹਾਈ ਹੈ। ਜਦੋਂ ਆਪਾਂ ਆਊਟਸਾਈਡ ਕੈਨੇਡਾ ਐਪਲੀਕੇਸ਼ਨ ਲਾਉਂਦੇ ਆ ਕਿਸੇ ਵੀਜ਼ਾ ਪੋਸਟ ਜਿੱਥੇ ਵੀਜ਼ਾ ਰਿਕੁਆਇਰਡ ਹੈ ਤਾਂ ਇਹ ਟੈਸਟ ਕਾਰਨ ਕਰਕੇ ਫੇਲ ਹੁੰਦੇ ਆ। ਮੈਂ ਇਹ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਬਾਈ ਜੀ, ਹੁਣ ਲੇਬਰ ਦੀ ਇੱਥੇ ਬਹੁਤ ਅਤਿਅੰਤ ਸ਼ਾਰਟੇਜ ਆਉਣ ਲੱਗੀ ਹੈ। ਫਲਾਈਟਸ ਖੁੱਲਣ ਦੀ ਕੋਈ ਸੰਭਾਵਨਾ ਜਲਦੀ ਨਹੀਂ ਹੋ ਰਹੀ ਹੈ। ਜਿਵੇਂ ਹੁਣ ਸੀਜ਼ਨ ਸ਼ੁਰੂ ਹੋਣ ਲੱਗਿਆ, ਖਾਸ ਕਰਕੇ ਜਿਹੜੇ ਫਾਰਮ ਵਰਕਰਸ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ, ਤਾਂ ਕਿਉਂਕਿ ਜਿਹੜੀ ਪਹਿਲਾਂ ਲੇਬਰ ਦੀ ਰਿਕੁਆਇਰਮੈਂਟਸ ਹੁੰਦੀ ਸੀ ਜਾਂ ਫਾਰਮ ਲੇਬਰ ਸੀ ਉਹ ਬਹੁਤ ਅਵੇਲੇਬਲ ਹੁੰਦੀ ਸੀ, ਜਾਂ SAWP ਪ੍ਰੋਗਰਾਮ ਦੇ ਰਾਹੀਂ ਉਹਨਾਂ ਮੈਕਸੀਕੋ ਤੋਂ ਜਾਂ ਜਮੈਕਾ ਤੋਂ ਇਹ ਕੰਟਰੀਜ਼ ਤੋਂ ਆ ਜਾਂਦੀ ਸੀ। ਹੁਣ ਉਹਦੇ ਤੇ ਵੀ ਕਾਫੀ ਰਿਸਟ੍ਰਿਕਸ਼ਨਸ ਨੇ ਔਰ ਕਾਫੀ ਐਕਸਪੈਂਸਿਵ ਹੋ ਗਿਆ ਐਮਪਲੋਇਰਸ ਨੂੰ ਕਿਸੇ ਨੂੰ ਸਪਾਂਸਰ ਕਰਕੇ ਕੈਨੇਡਾ ਬੁਲਾਉਣਾ। ਪਰ ਜੇ ਤੁਸੀਂ ਸੋਚ ਰਹੇ ਹੋ ਹਿੰਦੁਸਤਾਨ ਦੇ ਵਿੱਚੋਂ ਕਿਸੇ ਫਾਰਮ ਵਰਕਰਸ ਨੂੰ ਕੈਨੇਡਾ ਵਿੱਚ ਬੁਲਾਉਣ ਲਈ, ਤਾਂ ਬਿਲਕੁਲ ਸਾਡੇ ਆਫਿਸ ਨੂੰ ਬਾਈ ਜੀ ਸਲਾਹ ਕੀਤੀ ਜਾ ਸਕਦੀ ਹੈ। ਆਪਾਂ ਤੁਹਾਨੂੰ ਫ੍ਰੀ ਐਨਾਲਾਈਜ਼ ਕਰਕੇ ਦੱਸ ਸਕਦੇ ਹਾਂ ਜਿਹੜੇ ਐਪਲੀਕੈਂਟ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਸਪਾਂਸਰ, ਵੀ ਇਹਨਾਂ ਦਾ ਵੀਜ਼ਾ ਲੱਗਣ ਦਾ ਚਾਂਸ ਕੀ ਹੈ। ਨਾਓ ਜੇ ਵੀ ਤੁਹਾਡੀ ਐਪਲੀਕੇਸ਼ਨ ਉਸ ਤੋਂ ਬਾਅਦ ਵੀ ਰਿਫਿਊਜ਼ ਹੁੰਦੀ ਹੈ ਤਾਂ ਅਪੀਲ ਦਾ ਪ੍ਰੋਸੈਸ ਵੀ ਸਮਝਾਇਆ ਜਾਂਦਾ। ਜਿਹੜੀ ਲੜਾਈ ਹੈ ਉਹ ਵੀਜ਼ਾ ਆਫਿਸਰ ਦੇ ਡਿਸੀਜਨ ਤੇ ਖਤਮ ਨਹੀਂ ਹੁੰਦੀ, ਉਹ ਕੋਰਟ ਦੇ ਵਿੱਚ ਲੜੀ ਜਾਂਦੀ ਹੈ। ਸੋ ਉਹਦੀ ਜਿਹੜੀ ਮੁਕੰਮਲ ਜਾਣਕਾਰੀ ਹੈ ਬਾਈ ਜੀ ਸਾਡੇ ਆਫਿਸ, ਚਾਹੇ ਤਾਂ ਸਰੀ ਆਫਿਸ ਕੰਟੈਕਟ ਕੀਤਾ ਜਾ ਸਕਦਾ ਹੈ 604 598 55 55 ਜਾਂ ਫਿਰ ਐਬਸਫੋਰਡ 604 852 44 44 ਜਾਂ ਸਾਡੀ ਵੈਬਸਾਈਟ ਹੈ ਬਾਈ ਜੀ www.cwccanada.com। ਇੱਥੇ ਜਾ ਕੇ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਧੰਨਵਾਦ ਜੀ। 12:57 ਹੋਏ ਨੇ। ਆਹ ਮੌਸਮ ਵਾਲੇ ਨੇ ਭਲਾ ਕਾਹਦਾ ਯਾਰ ਲੇਖਾ ਸਾਡਾ ਲੈਣਾ ਕੀਤਾ ਹੋਇਆ। 2 ਦਿਨ ਧੁੱਪ ਕੱਢ ਕੇ ਜਾਨੂੰ ਬੰਦਾ ਸੂਤ ਜਿਹਾ ਹੁੰਦਾ ਵੀ ਚੱਲ ਗਰਮੀ ਆ ਗਈ, ਮਾੜਾ ਜਿਹਾ ਸਫਾਈ ਕਰੋ ਬਾਹਰ ਤੇ ਮੋਟਰਸਾਈਕਲ ਤੇ ਫੇਰੀਏ ਲੀਰ ਲੂਰ, ਜਾਨੂੰ ਆਹ ਫੇਰ ਧੰਦੂ ਕਰਕੇ ਬਹਿੰਦਾ ਹੈ। ਇਹਨੇ ਕਲਾਸ਼ ਪਰਬ ਤੇ ਬਣਾਇਆ ਹੋਇਆ। ਇੰਨੀ ਠੰਡ ਯਾਰ ਬੰਦੇ ਨੂੰ। ਆ ਬੰਦੇ ਦਾ ਇੱਕ ਫੋਨ ਆਇਆ, ਕਹਿੰਦਾ ਮੈਂ ਯਾਰ ਡਿੱਗ ਪਿਆ ਮੋਟਰਸਾਈਕਲ। ਨਾ ਹੋਇਆ ਕੀ, ਕਹਿੰਦਾ ਮੋਟਰਸਾਈਕਲ ਦੂਰ ਲੈ ਗਿਆ, ਉਦੋਂ ਧੁੱਪ ਸੀ, ਹੁਣ ਜਿਹੜਾ ਸਲਿੱਪ ਹੋ ਗਿਆ ਰਾਹ 'ਚ, ਬਚਤ ਰਹਿ ਗਈ ਸੱਟ ਪੇੜ ਤੋਂ, ਤੇ ਹੈਲਮਟ ਵਗੈਰਾ ਪਾਇਆ ਹੋਇਆ ਸੀ। ਖਿਆਲ ਰੱਖਿਓ ਬਾਈਕਰ ਜਿੰਨੇ ਵੀ ਰਹੇ, ਹਲੇ ਇਹ ਸੂਤ ਨਹੀਂ ਹੈ ਕੰਮ, ਹਲੇ ਅਟਕੋ ਮਾੜਾ ਜਿਹਾ, ਇਹਨੂੰ ਧੁੱਪ ਧੱਪ ਲੱਗ ਲੈਣ ਦਿਓ। ਸੜਕਾਂ ਬੜੀਆਂ ਸੂਤ ਨੇ, ਪਰ ਦੂਰ ਨਾ ਜਾਇਓ ਇੰਟੀਰੀਅਰ 'ਚ। ਤੇ ਸੁਰਿੰਦਰ ਦਾਊ ਬਾਜਰੇ ਦੀ ਗੱਲ ਸੁਣਾਉਣਾ ਤੁਹਾਨੂੰ, ਮਾੜਾ ਜਿਹਾ ਵਿੱਚ ਘੰਟੀ ਵੱਜ ਜਵੇ ਜਿਹੜੀ ਸਿਰੇ ਜਾ ਕੇ ਬੋਲਦੀ ਹੁੰਦੀ ਹੈ। ਉੱਥੋਂ ਮਾਰਕੀਟ ਦੇ ਵਿੱਚ ਜਦ ਲੱਗੇ ਨਾ ਉੱਥੇ ਫੋਨ ਬੂਥ ਜੇ, ਸ਼ੁੱਕਰਵਾਰ ਦਾ ਇੱਕ ਹੀ ਦਿਨ ਹੁੰਦਾ ਛੁੱਟੀ ਤੇ ਲਾਈਨ ਲੱਗੀ ਹੁੰਦੀ ਉੱਥੇ, ਸਾਰੇ ਇੱਕ ਦੂਜੇ ਦੇ ਉੱਪਰ ਗਰਦਨ ਤੇ ਮੋਢੇ ਤੇ ਗਰਦਨ ਰੱਖੀ ਬੈਠੇ ਹੁੰਦੇ ਠੋਡੀ, ਤੇ ਸੁਣਦੇ ਵੀ। ਹੁਣ ਲਾਈਨ ਲੱਗੀ ਆ, ਪਿੱਛੇ ਨੂੰ ਸੈੱਲਫੋਨ ਹੈ ਨਹੀਂ ਸੀ 91 ਦੇ ਵਿੱਚ, ਤੇ ਉੱਥੇ ਹੀ ਜਾਣਾ। ਵਿਆਹਿਆ ਹੋਇਆਂ ਨੂੰ ਬਾਹਲਾ ਔਖਾ ਸੀ, ਉਹਨਾਂ ਦੇ ਪਿੱਛੇ ਲਾਈ ਖੜੇ ਸੀ ਕੰਨ।
ਅੱਛਾ ਮਸਕਟ ਚ ਉੱਥੇ 91 ਚ ਗਏ, ਦੇਖ ਲਾ ਘਰ ਆਏ, ਪਹਿਲੀ ਤਾਂ ਗੱਲ ਪਿੰਡ ਫੋਨ ਨਹੀਂ ਸੀ ਹੁੰਦਾ, ਪਿੰਡ ਜਦ ਫੋਨ ਨਹੀਂ ਸੀ ਹੁੰਦਾ ਘਰਦਿਆਂ ਨੂੰ ਸੱਦਣਾ ਵੀ ਆੜਤੀ ਦੇ ਆ ਜਾਓ ਦਰਾਹੇ, ਉਧਰੋਂ ਫੋਨ ਦੀ ਜੇ ਕੋਈ ਗੱਲ ਕਰਨੀ ਆ ਪਿੱਛੇ ਲਾਈਨ ਲੱਗੀ ਖੜੀ ਆ, ਸੈੱਲ ਫੋਨ ਤਾਂ ਹੈ ਹੀ ਨਹੀਂ ਸੀ 91 ਚ। ਅੱਛਾ ਜਦ ਉਹਦੇ ਤੇ ਕਿਹੜਾ ਚਾੜ ਦੇਣਾ ਕਾਰ ਜੇ ਹੁਣੇ ਡੇ ਗੇੜੇ ਤੇ ਗੇੜਾ, ਉਧਰੋਂ ਮੱਗਰ ਲੱਗਿਆ ਹੈ ਮੂਹਰੇ, ਉਹ ਕਹਿੰਦਾ ਸਰ ਮੈਂ ਪਹਿਲਾਂ ਕਰਨੀ ਹੈ ਗੱਲ, ਮੈਂ ਕਿਹਾ ਕਰ ਲੈ ਤੂੰ ਕਰ ਲੈ, ਘਰ ਵਾਲੀ ਆਈ ਹੋਈ ਹੈ, ਕਹਿੰਦਾ ਮੈਂ ਉੱਥੇ ਆੜਤੀ ਦੀ ਸੱਦੀ ਹੋਈ ਹੈ ਮੁੱਲਾਂਪੁਰ ਗੱਲ ਕਰਨੀ, ਉਧਰੋਂ ਪਾ ਕੇ ਕਾਰਡ ਗੱਲ ਤੋੜ ਲਈ, ਉਧਰੋਂ ਕੰਪਿਊਟਰਾਈਜ਼ ਬੀਬੀ ਬੋਲ ਪਈ ਦਿੱਲੀੋਂ ਬਈ ਜਿਹੜੀਆਂ ਲਾਈਨਾਂ ਜਿਹੜੀਆਂ ਨੇ ਲਾਈਨਾਂ ਵਿਅਸਤ ਨੇ, ਮਗਰ ਲੱਗ ਗਿਆ ਗਾਲਾਂ ਕੱਢਣ, ਕਹਿੰਦਾ ਮੇਰੀ ਘਰ ਵਾਲੀ ਬੈਠੀ ਆ ਉੱਥੇ ਆਈ, ਤੂੰ ਲਾਈਨਾਂ ਵਿਅਸਤ ਕਰੀ ਬੈਠੀਆਂ, ਲਾਈਨਾਂ ਦਾ ਖੋਲ, ਮੈਂ ਗੱਲ ਕਰਨੀ ਆ ਯਾਰ, ਤੂੰ ਇੰਨਾ ਖਰਾਬ ਕਰਦੀਆਂ ਮੈਨੂੰ। ਮੈਂ ਕਿਹਾ ਗੱਲ ਕਿਉਂ? ਕਹਿੰਦਾ ਜੀ ਗੱਭੇ ਬੋਲੀ ਜਾਂਦੀ ਹੈ, ਇੱਧਰੋਂ ਮੇਰਾ ਕਾਰਡ ਭੱਜੀ ਜਾਂਦਾ, ਉਧਰੋਂ ਗੱਭੇ ਬੋਲ ਕੇ ਕਹਿੰਦੇ ਲਾਈਨਾਂ ਵਿਅਸਤ ਨੇ, ਲਾਈਨਾਂ ਨੂੰ ਨਹੀਂ ਮੈਨੂੰ ਪਤਾ, 7 ਗਾਲਾਂ ਕੱਢੀਆਂ। ਸੋ ਬਹੁਤ ਬਹੁਤ ਔਖਾ ਕੰਮ ਹੁੰਦਾ। ਫੇਰ 2-3 ਸਾਲਾਂ ਨੂੰ ਜਾਂ 94 ਚ ਫੇਰ ਗੱਡੀ ਸਰਕਾਰ ਆਪਣੇ ਕੰਪਨੀ ਨੇ ਦੇਤੀ, ਉਹਦੇ ਵਿੱਚ ਮੋਬਾਈਲ ਜਿਹਾ ਲੱਗਿਆ ਹੋਇਆ ਸੀ, ਉਹ ਵੀ ਨਹੀਂ ਸੀ ਚੱਲਦਾ, ਕਾਰਡ ਕੂਡ ਲੈ ਕੇ ਕਰਨਾ 20 ਸਿਆਪੇ ਹੁੰਦੇ। ਹੁਣ ਤਾਂ ਸੌਖਾ। ਸੁਰਿੰਦਰ ਕਹਿੰਦਾ ਗਵਰਨਮੈਂਟ ਕਹਿੰਦਾ ਬਹੁਤ ਲੰਘੀ ਚੀਜ਼ ਹੈ, ਕਹਿੰਦਾ ਇੰਡੀਆ ਦਾ ਨੰਬਰ ਐਕਟੀਵੇਟ ਕਰਕੇ ਸਾਡੇ ਨਾਲ ਰਹਿੰਦਾ। ਇੱਕ ਦਿਨ ਕਹਿੰਦਾ ਉਹਨੂੰ ਫੋਨ ਆ ਗਿਆ, ਮੂਹਰੇ ਹਿੰਦੀ ਚ ਲੱਗ गई, सर भारत सरकार ने ताजमहल लीज पे देने के लिए आपको आमंत्रित किया है, आप पैसे लगाना चाहोगे? कहना साडे वाला पंजाब च कहना इत्थे होर नहीं भब्बे वाली गल, कहना स्यापे मुकदे, तू ताजमहल की फेर भब्बे वाली गल कर, गहां बीप होगी। उधरों काल करने वाले भी पंजाबी च हो गए, कहते जे लैना दस दे, जे लैना हुणे, जे अंबानी वर्गियां तो लाए ते 2.5 फुट ते लेख लिखे ने फेसबुक ते, बर्गर बहुत कुटांगे तेरा। सुरिंदर सिंह दाऊ माजरा। एक बज के 10 मिनट होया जी। प्रोग्राम तुहाडे तक पहुंचाउंदे ने परमिंदर थिंक इंश्योरेंस 604 828 72 13। भाई सुरिंदर दाऊ माजरा गलबात कर रहा सी, नाल गल्लां बातां फोन ते नाल। बहुत वधिया नावल छोटा भाई लिख रहा, बोली पिंडां दी है, 4-5 किलोमीटर पिंड आ ते लिखत बहुत वधिया है। भाई जग्गी कुस्से वांगू सूत बहुत बैठू, रिवीजन करन लग्या है, जद नावल आ गया फिर नावल दे विचों बना के कहानियां सुणावांगे ते खुश कर दिंदा जद लिखदा है कुछ ना कुछ। तुसीं भी सारे पसंद करदे हो। उदा सिंह ते भाई सुरिंदर दोनों नूं सॉरी छोटा भाई है ते वधिया जिंदगी भी यह है, बाकी कहानी है नहीं, खुश रहना चाहिए। भाई जग्गी कुस्से दी कहानी, जनता एक्सप्रेस, आथन दा बेड़ा, सर्दियां दी रुट, बठिंडे जिले दा फरिया सूरज, कंडियालियां किकरां ते बेरियां च छुपण दा आदी होया। कोटकपूरे तो दिल्ली नूं चली जनता एक्सप्रेस सीधी जैतों के रेलवे स्टेशन पर रुकी, हाबड़िया आंग पिछले स्टेशनों तो गोलियां वांगू फूकदी आई। गिनती दी सवारियां उतर गईयां, चढ़ गईयां। जैतों का स्टेशन बार बार अजार जे च, अगे पिछे फसलों की हरियावल। चंद भान वल जांदे रस्ते च निर्मल पानी की नहर पैंदी है। जैतों स्टेशन ते खड़ी गड्डी औखे जे छाह लैंदी सी, जिवें बंदे दे बखी च दर्द हुंदा हुंदा। डुबदे सूरज दी लाली गड्डी दी पूंछ ते करोला करदी, लंबी सीटी बजी, झंडी होई गड्डी साजे बरोड़ दी, राह भालदी अगे तुर। फसलां सहिंदियां जांदियां ते 12 मासियां दे घरां कोल दी जा रेल लंघी, उहदियां बत्तियां जग। गड्डी ने चंद भान दे स्टेशन ते खड़ना सी, ना खड़ना नहीं सी, सीधी बठिंडे जाके रुकने। किकरां, बेरियां, बाग, डंडा, थोर, पिछे शरदी, हावड़ा मेल ने बठिंडे पहुंचना पैंदा। सर्दी का सूरज मूँह च लकोड़िया। एशन ते भांत भांत दी रंग बरंगियां बत्तियां जग पियां, जिवें एशन जमे दुध च नहाता हो। गड्डी चलण दी आखिरी मंजिल होई, बिसल हो गई द्वारा, दरवाजे बंद हो गए। लोग रात ते ठंड का बचाओ पहला ही करी कंबल घुट्टी बैठे सी। किसने चाह पा ली, किसने परौंठियां ते अचार धर ले,
ਜਦ ਬਠਿੰਡਿਓਂ ਤੁਰੀ, ਕਈ ਫੌਜੀਆਂ ਨੇ ਅੰਦਰੋਂ ਰਾਕਟ ਕੱਢ ਕੇ ਪੇਕ ਪਾ ਲਏ ਤੇ ਸਿਗਨਲ ਹੋਇਆ, ਗੱਡੀ ਮੰਜ਼ਿਲ ਵੱਲ ਨੂੰ ਤੁਰ ਪਈ। ਹਨੇਰਾ ਚੀਰਦੀ ਦਿੱਲੀ ਵੱਲ ਨੂੰ ਗੋਲੀ ਵਾਂਗੂ ਗੱਡੀ ਚੜੀ। ਰਾਤ ਦਾ ਅਹਿਸਾਸ ਮਨ ਚ ਰੱਖੀ ਲੋਕ ਕਬੂਤਰ ਵਾਂਗੂ ਬੈਠੇ ਸੀ। ਕਾਲੀ ਰਾਤ ਦੇ ਵਿੱਚ ਦਰਖਤੋਂ ਉੱਪਰ ਕੱਟੇ ਨੌ ਵਰਗਾ ਚੰਦ ਭੁਲੇਖੇ ਪਾਉਂਦਾ। ਨਾਦ ਤੇ ਸੰਗੀਤ ਪਹੀਆਂ ਦੇ ਆਵਾਜ਼ ਛੇੜਦਾ। ਬੰਦਿਆਂ ਨੂੰ ਘੂੰਕੀ ਲੱਗੀ। ਅੱਧੇ ਕੁ ਸੌਂ ਰਹੇ ਸੀ। ਅੱਧੇ ਕੁ ਡੇਢ ਘੰਟੇ ਬਾਅਦ ਕੋਈ ਪੇਕ ਲਾ ਕੇ ਪੁੱਠਾ ਹੱਥ ਮੁੱਛਾਂ ਤੇ ਫੇਰਦਾ। ਅਚਾਨਕ ਊਂਘ ਤੇ ਨੀਂਦ ਚ ਵਿਘਨ ਪੈ ਗਿਆ। ਬ੍ਰੇਕ ਚੀਕੇ, ਰਫ਼ਤਾਰ ਫੜ ਚੁੱਕੀ ਗੱਡੀ ਤੇਜ਼ੀ ਨਾਲ ਰੁਕਣ ਲੱਗੀ। ਉਹ ਕੀ ਗੋਲੀ ਵੱਜ ਗਈ। ਸਹੁਰੇ ਨੂੰ ਚੰਗੀ ਭਲੀ ਤੁਰੀ ਜਾਂਦੀ ਸੀ। ਬਜ਼ੁਰਗ ਨੇ ਸੰਭਲ ਲਈ ਇੱਕ ਹੱਥ ਪਾਇਆ। ਪਹਿਲਾ ਡੰਡਾ ਲੰਘ ਗਿਆ, ਦੂਜੇ ਡੰਡੇ ਦੇ ਵਿੱਚ ਜਾ ਕੇ ਲੱਗਿਆ ਹੀ ਸੀ। ਹੈਰਾਨ ਸੀ ਬਠਿੰਡਿਓ, ਹੁਣ ਚੱਲੀ ਐ, ਹੁਣੇ ਕਿੱਥੇ ਖੰਡ ਲੱਗੀ ਯਾਰ। ਗੱਡੀ ਇੰਨੀ ਤੇਜ਼ੀ ਨਾਲ ਰੁਕੀ ਤੇ ਉੱਪਰ ਰੱਖਿਆ ਸਮਾਨ, ਥੱਲੇ ਟੋਕਰੀਆਂ ਖਿੰਡ ਗਈਆਂ। ਭੁਚਾਲ ਆ ਗਿਆ। ਊਂਘਦੇ ਲੋਕ ਘੁਸਰ ਮੁਸਰ ਕਰ ਰਹੇ। ਕਿਸੇ ਭਈਏ ਨੇ ਦੂਸਰੇ ਨੂੰ ਪੁੱਛਿਆ, ਅਰੇ ਕਿਆ ਹੋ ਗਿਆ ਇਸਮੇ? ਗੱਡੀ ਦੇ ਥੱਲੇ ਆਇਆ ਲੱਗਦਾ ਹੈ ਕੋਈ। ਕੋਲ ਬੈਠੇ ਬਜ਼ੁਰਗ ਨੇ ਜੀ ਭਾਖਿਆ ਕਿ ਨਹੀਂ, ਐ ਕੀ ਤੁਕ ਬਣਦੀ ਹੈ, ਕੋਈ ਜਮਾ ਇੰਜੀਨੀਅਰ ਬਣਿਆ ਬੈਠਾ। ਮੈਂ ਕਹਿੰਦਾ ਉਹੀ ਸੰਘਾਟ ਲਿਆ ਤਾਂ ਬ੍ਰੇਕ ਮਾਰ ਕੇ ਪਤੰਦਰ ਨੇ। ਇੰਨੇ ਤੇਜ਼ ਬ੍ਰੇਕ ਯਾਰ। मैंने सुना जहां स्टेशन के आसपास कोई भूत चुड़ैल का पहरा रहता है रात को। आके भैये ने कने होर कहता। नाल एक बेबे बैठी सी, उन्हें खीसे चो माला कढ़ ली। जदे कहनी वागरू बोल, वागरू वागरू वागरू। भात सवातियां गड्डियां जिन्नी मुंह फौजी ने खड़ा होके मसा डब वाली बोतल उपर नूं धू के ग्रनेड वांगू धुनी दे नाल कर ली। कहना राक डेड के चलिया सी अपना। उरे फड़ा दे, ट्रंक च रख लवा। आ दूजियां काहनूं रखी बैठा दो नाल? ओए ओ असाम वाले आ सी ना, असाम वाला नहीं अपने नाल। ਉਹਨੇ ਕਿਹਾ ਕਹਿੰਦਾ ਪੰਜਾਬ ਦੀ ਜਿਹਦੇ ਤੇ ਸੰਤਰਾ ਵਾਇਆ ਹੁੰਦਾ ਉਹ ਲੈ ਕੇ ਆਈ, ਉਹਨੂੰ ਲੈ ਕੇ ਚੱਲਿਆ। ਕੱਪੜਿਆਂ 'ਚ ਦੇ ਲੈ, ਕਿਤੇ ਖਰਾਬ ਨਾ ਤੋੜ ਲਵੇਂ ਕਿਤੇ ਰਾਹ ਦੇ ਵਿੱਚ। ਨਾਲੇ ਖੋਏ ਤੋਂ ਉਰੇ ਨੂੰ ਕਰ ਲੈ। ਫੌਜਾਂ ਦਾ ਦਿੱਤਾ ਖੋਏ ਦੇ ਵਿੱਚ ਨਾ ਇਹਨੂੰ ਠੋਕਦੀ। ਜਲ ਟੁੱਟ ਕੇ ਖੋਏ 'ਚ ਪੈ ਜਾਏ, ਖੋਆ ਖਿਲਾ ਦਾਂਗੇ ਸਾਮੀ ਨੂੰ। ਪੰਜਾਬੀ ਬੋਲਦੇ ਗੱਲਾਂ ਕਰਦੇ ਗੱਡੀ ਰੋਕੀ। ਲੋਕਾਂ ਨੇ ਬਾਰੀਆਂ ਖੋਲ ਕੇ ਬਾਹਰ ਦਾ ਜਾਇਜ਼ਾ ਲਿਆ ਜਿਵੇਂ ਬਿਲਕੁਲ ਐਨ ਸਾਇੰਟਿਸਟ ਹੋਣ। ਬਾਹਰ ਘੁੱਪ ਹਨੇਰਾ, ਦੂਰ ਖੇਤਾਂ 'ਚ ਤੇ ਬਾਗਾਂ ਦੇ ਪਾਰ ਬੱਕੀਆਂ ਜਲਦੀਆਂ ਦੀ ਛੰਨ 'ਚ ਕਿਤੇ ਦੀਵਾ ਜਗਦਾ ਸੀ। ਭਈਆ ਸੁੱਚ ਹੋ ਗਿਆ। ਹੌਲੀ ਦੇ ਕੇ ਉਹਨੇ ਤਲੀ ਮਲ ਕੇ ਪਟਾਕਾ ਜਿਹਾ ਪਾ ਕੇ ਖੈਣੀ ਗੱਡ ਲਈ। ਬਾਬਾ ਜੀ, ਭਈਏ ਨੇ ਗੱਲ ਤੋਰੀ। ਬਾਬਾ ਜੀ ਆਖਣ ਤੇ ਉਹ ਭਈਏ ਵੱਲ ਖਾਣ ਨੂੰ ਝੱਕ। ਹਾਂ ਇੱਕ ਦਿਨ ਝੋਨਾ ਲਗਾ ਰਹੇ ਥੇ, ਬੇਪਰਵਾਹ ਭਈਆ ਫੇਰ ਗੱਲੀ ਤੁਰ ਪਿਆ। ਫੇਰ ਬੱਗੀ ਦਾੜੀ ਵਾਲੇ ਨੇ ਕਤਰੀ ਮੁੱਛ ਨੂੰ ਉਂਗਲ ਦੇ ਪੂੜੇ ਨਾਲ ਅਗੀਸ ਨੇ ਪੁੱਛਿਆ ਜਿਵੇਂ ਬੱਤੀ ਕੱਢੀ ਤੇ ਦੀਵੇ ਦੀ। ਸ਼ੈਤਾਨ ਜੀਆਂ ਉਹਦੀਆਂ ਅੱਖਾਂ ਤਖਤੇ ਦੀ ਚੂਲ ਵਾਂਗੂ ਘੁੰਮਦੀਆਂ। ਲਾਲ ਰੱਤੀਆਂ ਅੱਖਾਂ ਸੁਰਮੇ ਦੀਆਂ ਧਾਰੀਆਂ ਖਿੱਚੀਆਂ ਹੋਈਆਂ। ਸਾਹਮਣੇ ਅੱਧ ਖੜਾ ਔਰਤ ਬੈਠੀ ਦੀ, ਚਿਹਰੇ ਤੇ ਉਹਦੇ ਤੇ ਗੱਡੀ ਹੋਈ ਸਿਸ। ਉਹਨੂੰ ਥੋੜੀ ਥੋੜੀ ਘੁੱਕਰ ਆਉਂਦੀ, ਉਹ ਘੁੰਮਦੀ ਅੱਗੇ ਪਿੱਛੇ ਜੇ ਹਿਲਦੀ ਤੀ। ਉਹਨੂੰ ਝਾਕਦਾ ਬਠਿੰਡੇ ਜਿਆਦਾ ਤੁਰਿਆ। ਸ਼ਿਸ਼ਟ ਗੱਡੀ ਬੈਠਾ। जब भैया ने बाबा कहता जिਵੇਂ फनीर लड़ गया। हमारे पास खेत में दोपहर समय एक लड़की आई और उसने आके हमसे पानी मांगा। लड़की के लाल कपड़े पाए थे और हाथ श्रृंगार भी किया हुआ था। शहर की लड़की थी। अच्छा, गड्डी लड़की का नाम सुन के शिश्त वाले धारियां वाले मुंडे ने गल भैये नाल कीती। झाकिया उस औरत नाल। औरत नूं जिਵੇਂ कोई हंगारा जिਵੇਂ ਉਹ ਭਰਦਾ ਗੱਲ ਉਹਦੇ ਨਾਲ ਕਰਦਾ ਸੀ। ਪੰਜਾਬੀ ਸਟਾਈਲ ਭਈਏ ਵੱਲ ਝਾਕਦਾ ਸੀ। ਅੱਛਾ ਉਹਨੂੰ ਕਹਿੰਦਾ। ਉਹਨੂੰ ਹਲੇ ਵੀ ਝੂਟੇ ਆਈ ਜਾਂਦੇ ਸੀ ਮੂਹਰੇ। ਸੁਰਮਿਆਰੇ ਦੇ ਅੰਦਰ ਲੂਰੀਆਂ ਉੱਠਦੀਆਂ ਜਦੋਂ ਅੱਗੇ ਪਿੱਛੇ ਨੂੰ ਘੁੰਮਦੀ। हमने पानी दिया और वो पानी पीकर ना जाने कहाँ खत्म हो गई। और कौतक के जब हमारे देश में बोलते हैं जो भूत चुड़ैल करती हैं। जब भैये ने गल पूछी, सहमे हुए लोग ਸਾਰੇ ਭੂਚੜੇ ਭਈਏ ਵੱਲ ਝਾਕਣ ਲੱਗੇ ਜਿਵੇਂ ਭਈਆ ਛੱਤ ਚੋਂ ਬਾਹਰ ਨਿਕਲ ਕੇ ਉੱਡਣ ਲੱਗਿਆ ਸੀ। ਏ ਰੱਬ ਦਾ ਨਾਂ ਲੈਣਾ ਕਾਲਿਆ ਮੂੰਹ ਵਾਲਾ, ਤੇਰਾ ਮੂੰਹ ਕਸਮੈਲਾ ਜਿਹਾ, ਗੱਲ ਤਾਂ ਚੰਗੀ ਕਰ ਲੈ। ਬਿਰਧ ਮਾਈ ਇੱਕ ਨੇ ਪੱਖੀਆਂ ਅੰਦਰ ਖਿੱਚ ਕੇ ਜਿਵੇਂ ਰਾਮਦੇਵ ਦੇ ਜੋਗੇ ਨੂੰ ਸਾਹ ਲੈਣਾ ਸੀ, ਇਉਂ ਗਾਲ ਕੱਢਣ ਦੀ ਕੋਸ਼ਿਸ਼ ਕੀਤੀ। ਵਾਗਰੂ ਵਾਗਰੂ ਵੀ ਧਿਆਉਂਦੀ ਸੀ, ਉਹੀ ਸੀ ਜਿਹਨੇ ਮਾਲਾ ਕੱਢੀ ਸੀ। ਮਾਈ ਦੇ ਦਬਕਣ ਤੇ ਭਈਆ ਧੰਨ ਗਿਆ। ਪੀੜੇ ਨਾਲ ਭਰ ਲਿਆ ਮੂੰਹ ਤੇ ਲੱਗ ਪਿਆ ਕੁੱਤੇ ਨੂੰ ਭੌਂਕਣਾ।
ਨਿੱਜ ਨੂੰ ਜਾਣਾ ਬੋਕ ਕਾਣਾ। ਬੇਬੇ ਨੇ ਮਾਲਵੇ ਵਾਲੀ ਗਾਲ ਕੈੜੀ ਕੱਢ। ਇਹਦਾ ਕੋਈ ਕਸੂਰ ਨਹੀਂ ਬੇਬੇ, ਉਹਨੇ ਆਪਦੀ ਗੱਲ ਸੁਣਾਈ ਆ। ਸੁਰਮੇ ਦੀਆਂ ਧਾਰੀਆਂ ਵਾਲਾ ਬੋਲਿਆ। ਬੇਬੇ ਕਹਿ ਕੇ ਉਹ ਜਵਾਨੀ ਚ ਆਉਣਾ ਚਾਹੁੰਦਾ ਸੀ, ਕਿਉਂਕਿ ਪਹਿਲਾਂ ਉਹਨੂੰ ਬਾਬਾ ਕਹਿਤਾ ਸੀ। ਤੇਰੇ ਵੀ ਮੂੰਹ ਤੇ ਝੋਟਾ ਧੌਲਾ ਝੱਟ ਹੈ, ਤੂੰ ਵੀ ਪੂਰਾ ਕੋਈ ਸ਼ਰਮ ਕਰ ਲੈ। ਅੱਖਾਂ 'ਚ ਚਾੜੀ ਬੈਠਾ ਮਲਮਲ ਲੋ ਨਲਕੇ ਦੀ, ਜਿਵੇਂ ਭੇਡ ਵਾਂਗੂ ਆਨੇ ਲਵੇੜੀ ਬੈਠਾ, ਬੇੜੀ ਬਣਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਸਿੱਧਾ ਹੀ ਝਾਕੀ ਜਾਂਦਾ। ਬੇਬੇ ਉਹਨੂੰ ਕਈ ਖਾਸੇ ਚਿਰ ਦੀ ਔਖਾ ਝਾਕਦੀ। ਜਦ ਧੌਲਾ ਝਾਟਾ ਕਿਹਾ, ਉਹ ਵੀ ਖਚੂਰ ਜਿਹਾ, ਉਹਨੇ ਸ਼ੁਕਰ ਕੀਤਾ ਸਾਹਮਣੇ ਵਾਲੀ ਔਰਤ ਥੱਲੇ ਸੁੱਤੀ ਪਈ ਸੀ, ਉਹਨੂੰ ਨਹੀਂ ਸੀ ਪਤਾ ਲੱਗਿਆ। ਸੁਰਮੇ ਵਾਲਾ ਵੀ ਦੜਪਟ ਬੇਬੇ ਤੋਂ ਛੋਤ ਲਹਾ ਲਈ। ਇਹ ਚੀਜ਼ਾਂ ਹੈਗੀਆਂ ਭਾਈ। ਇੱਕ ਪਿੱਛੋਂ ਬੋਲਿਆ, ਹੈਗੀਆਂ ਨਹੀਂ ਸੁਣ ਲਾ। ਇੱਕ ਪੂਰਾ ਹੀ ਕਾਇਮ ਸੀ ਬਠਿੰਡਿਓਂ। ਉਹ ਪਤਾ ਨਹੀਂ ਚਾਹ ਦੇ ਵਿੱਚੋਂ ਕੀ ਘੋਲ ਕੇ ਪੀ ਗਿਆ, ਜਮਾਂ ਹੀ ਲਾਲ ਗੱਲਾਂ ਹੋਈਆਂ ਪਈਆਂ, ਝਰੰਗ ਤਾਜ਼ਾ ਲਾਇਆ ਹੋਇਆ ਮੋਚਨਾ, ਕੰਨ ਦੀ ਇੱਕ ਨੱਤੀ ਦਿਖਦੀ ਸੀ, ਡੱਬੀਦਾਰ ਪਰਨਾ ਕੰਨ ਦੀ ਪੀਪੜੀ ਤੋਂ ਉੱਚਾ ਬੰਨਿਆ, ਸੋਨੇ ਦੀ ਨੱਤੀ ਝਾਤ ਝਾਤ ਕਰ। ਇੱਕ ਸੋਨੇ ਦਾ ਦੰਦ ਸੀ, 2 ਸ਼ਾਂਤਾਂ ਸੀ, ਸੱਜੇ ਹੱਥ 'ਚ ਕੜਾ ਸੀ ਮੋਟਾ ਲੋਹੇ ਦਾ, ਲੱਗਦਾ ਡਰਾਈਵਰ ਸੀ। ਹੈਗੀਆਂ ਗੱਲਾਂ ਇਹ, ਲੈ ਸੁਣ ਲੈ। ਇੱਕ ਵਾਰ ਮੈਂ ਪਿੰਡ ਟੈਕਸੀ ਚਲਾਉਂਦਾ, ਟੈਕਸੀ, ਮੇਰੇ ਗੱਡੀ 'ਚ ਕੁੜੀ ਬਹਿ ਗਈ ਰਾਤ ਨੂੰ। ਅੱਛਾ, ਸਾਰੇ ਉਧਰ ਨੂੰ ਹੋ ਗਏ ਜਿਵੇਂ ਫਿਲਮ ਚੱਲ ਪਈ ਹੁੰਦੀ ਹੈ, ਸ਼ੋਲੇ ਗੱਬਰ ਆ ਗਿਆ ਹੁੰਦਾ। ਅੱਛਾ, ਗੱਲ ਕਿਵੇਂ ਹੋਈ ਇਹ ਫਿਰ ਪੂਰੀ ਸੁਣਾ। ਨਾ ਹੋਈ ਕੀ, ਮੈਂ ਜਨ ਲਾ ਕੇ ਆਇਆ ਸੀ ਜੈਤੋਂ, ਤੇ ਜਨ ਲਾ ਕੇ ਰਾਤ ਨੂੰ ਅੱਧੀ ਰਾਤ ਜਦ ਸੜਕ ਤੇ ਮੈਂ ਦੇਖਿਆ ਮੂਹਰੇ ਬੱਤੀਆਂ ਪਈਆਂ, ਇੱਕ ਖਰਗੋਸ਼ ਲੰਘ ਗਿਆ। ਖਰਗੋਸ਼ ਦੇ ਨਾਲ ਹੀ ਲਾਲ ਕੱਪੜੇ ਪਾ ਕੇ, ਨੱਥ ਪਾਈ ਹੋਈ, ਸਾਰੇ ਵੰਗਾਂ ਜੇ ਉਹ ਪਾਇਆ ਹੈ, ਕੁੜੀ ਆ ਗਈ ਮੂਹਰੇ। ਮੈਂ ਗੱਡੀ ਰੋਕਤੀ, ਰੋਰੀ ਜਾਵੇ। ਮੈਨੂੰ ਲੱਗਾ ਇੰਨੀ ਸੋਹਣੀ ਕੁੜੀ ਅੱਧੀ ਰਾਤ ਨੂੰ ਘਰੋਂ ਕਰਤੀ, ਇਹਦੇ ਬੱਖਲ 'ਚ ਗੋਲੀ ਮਾਰਾਂ। ਮੈਂ ਕੁੰਡਾ ਖੋਲਦਾ ਅੰਦਰੋਂ, ਜਦ ਟਾਕੀ ਖੋਲਦੀ, ਮੈਂ ਬਹਿ ਜਾ ਭਾਈ। ਰੋਂਦੀ ਕੁੜੀ ਗੱਡੀ 'ਚ ਬਹਿ ਗਈ। ਮੈਂ ਕਿਹਾ ਕਿਹੜਾ ਪਿੰਡ ਆ? ਕਹਿੰਦੀ ਸੇਵੇ ਵਾਲਾ। ਮੈਂ ਕਿਹਾ ਆਹੀ ਸੇਵੇ ਵਾਲਾ? ਹਾਂਜੀ। ਨਾਂ ਕੀ ਆ? ਡਾਲੀ ਹੈ। ਜਾਣਾ ਕਿੱਥੇ ਆ? ਰੋਣ ਲੱਗ ਗਈ। ਮੈਂ ਕਿਹਾ ਚੱਲ ਕੋਈ ਨਾ, ਫੇਰ ਵੀ ਬੇਘਰੋਂ ਹੋਈ, ਅੱਜ ਰਾਤ ਨੂੰ ਘਰੇ ਲੈ ਜਾਣਾ, ਬੇਬੇ ਹੈਗੀ, ਬੇਬੇ ਕੋਲ ਪੈ ਜੂ, ਕੱਲ ਨੂੰ ਸੇਵੇ ਵਾਲਾ ਛੱਡ ਦੂ। ਪਰ ਜਦ ਕੁੜੀ ਰੋਵੇ, ਮੇਰਾ ਕਾਲਜਾ ਵੱਢਣ ਨੂੰ ਆਵੇ, ਜਾਂ ਮੈਂ ਸ਼ੀਸ਼ੇ 'ਚ ਅੰਦਰਲੇ 'ਚ ਦੇਖੀ ਜਿਹੜਾ ਬਾਬਾ ਸੀ ਧਾਰੀਆਂ ਵਾਲਾ, ਇਹੋ ਜਿਹੇ ਦੇਖਾ ਨਾ ਬੱਖਲ 'ਚ ਗੋਲੀ ਮਾਰੇ ਸਾਲੇ ਦੇ, ਜਿਹਨੇ ਇਹੋ ਜਿਹੀ ਤੀਵੀਂ ਅੱਧੀ ਰਾਤ ਘਰੋਂ ਕੱਢੀ। ਉਹਨੇ ਉੱਚੀ ਬੋਲਿਆ, ਜਿਹਦੇ 'ਚ ਉਹ ਗੱਲ ਮਹਿਸੂਸ ਕਰਾ ਰਿਹਾ ਸੀ ਵੀ ਇਹ ਤੀਵੀਆਂ ਦੇ ਹੱਕ ਦੀ ਗੱਲ ਕਰਨ ਵਾਲਾ ਬੰਦਾ ਹੈ। ਦੇ ਅੱਛਾ, ਉਹ ਮੈਂ ਨਿਗਾਹ ਰੱਖੀ, ਉਹ ਸੌਂ ਗਈ, ਟੇਢੀ ਹੋ ਗਈ। ਜਦ ਮੈਂ ਪਿੰਡ ਜਾ ਕੇ ਆਪਣੇ ਪਿੱਛੇ ਨੂੰ ਝਾਕ ਕੇ ਗਿਆ, ਉੱਠ ਭਾਈ, ਪਿੱਛੇ ਸੀਟ ਤੇ ਹੈ ਨਾ, ਉਹ ਸਿਤਮ ਹੋ ਗਿਆ। ਯਾਰ ਕਾਰ 'ਚੋਂ ਹੀ ਚਲੇ ਗਈ, ਪੱਕੀ ਗੱਲ ਹੈ। ਉਹ ਮੈਂ ਕਿਹਾ ਪੱਕੀ ਗੱਲ ਹੈ। ਦਰਾ ਮੂਹਰੇ ਮੈਂ ਛੋਟੇ ਭਾਈ ਨੂੰ ਹਾਕ ਮਾਰੀ, ਆਈ ਓਏ। ਮੈਂ ਕਿਹਾ ਚੱਲ ਨਾਲ ਉਹਦੇ ਚਲੇ ਜਾਊ। ਜਦ ਮੈਂ ਦੇਖਿਆ ਸਿਤਮ ਹੋ ਗਿਆ, ਕਾਰ ਖਾਲੀ ਭਾਈ। ਚੀਜ਼ਾਂ ਹੈਗੀਆਂ ਇਹ, ਹੈਗੀਆਂ ਇਹ ਚੀਜ਼ਾਂ ਕਿਵੇਂ ਨਹੀਂ ਹੈਗੀਆਂ ਇਹ। ਅੱਛਾ, ਦੂਜੇ ਦਿਨ ਮੇਰੇ ਮਨ ਨੂੰ ਖੁਰਕੀ, ਸਵੇਰੇ ਚਾਹ ਕੈੜੀ ਪੀਤੀ, ਕਾਰ ਅਸੀਂ ਫੇਰ ਹੱਕੀ, ਦੋਨੇ ਭਾਈ ਸੇਵੇ ਵਾਲੇ ਆ ਗਏ। ਸੇਵੇ ਵਾਲੇ ਜਦ ਆਏ, ਸੇਵੇ ਵਾਲੇ ਅੱਡੇ ਦੇ ਵਿੱਚ ਬਜ਼ੁਰਗ ਬੈਠਾ। ਮੈਂ ਉਹਨੂੰ ਕਿਹਾ ਬਾਬਾ ਜੀ ਸਤਿ ਸ੍ਰੀ ਅਕਾਲ। ਕਹਿੰਦਾ ਸਤਿ ਸ੍ਰੀ ਅਕਾਲ ਭਾਈ। ਉਹ ਗੱਲ ਐ ਸੁਣਾ ਰਿਹਾ ਸੀ ਜਿਵੇਂ ਹੁਣ ਸਮਾਂ ਬੰਨਤਾ। ਇੱਥੇ ਦੀ ਇੱਕ ਕੁੜੀ ਡਾਲੀ ਹੈ, ਹਾਂ ਹੈਗੀ। ਉਹ ਭਾਈ ਗੱਡੀ ਥੱਲੇ ਆ ਗਈ ਸੀ। ਗੱਡੀ ਥੱਲੇ ਆਉਣ ਕਰਕੇ ਉਹਦੀ ਰੂਹ ਹੈ, ਇਹ ਪਿੰਡਾਂ ਦੀਆਂ ਫਿਰਨੀਆਂ ਤੇ ਤੁਰੀ ਫਿਰਦੀ ਹੈ। ਇਹ ਸਾਰੀ ਕਹਾਣੀ ਇੱਕ ਮੁੰਡਾ ਮਣੀ ਹੈ, ਮਣੀ ਸਾਡੇ ਪਿੰਡ ਦਾ ਹੀ, ਉਹਨੂੰ ਪਤਾ। ਮਣੀ ਕੌਣ ਹੈ? ਮੇਰੀ ਗੱਲ ਮੇਰੇ ਮਨ ਨੂੰ ਲੱਗੀ। ਉਹ ਕਹਿੰਦਾ ਮਣੀ ਆ। ਕਹਿੰਦਾ ਮੈਨੂੰ ਮਣੀ ਦੇ ਘਰੇ ਭੇਜੋ। ਕਹਿੰਦਾ ਲੈ ਚੱਲ। ਮੁੰਡਾ ਇੱਕ ਛਾਲ ਮਾਰ ਕੇ ਗੱਡੀ ਬਹਿ, ਮਣੀ ਦੇ ਚਲੇ ਗਏ। ਮਣੀ ਦੇ ਨਾਲ ਜਾ ਕੇ ਜਦ ਸਤਿ ਸ੍ਰੀ ਅਕਾਲ ਕੀਤੀ, ਉਹ ਕਹਿੰਦਾ ਛੋਟੇ ਭਾਈ ਰਾਤ ਐ ਹੋਇਆ ਯਾਰ, ਅਸੀਂ ਕਾਰ ਲਈ ਜਾਂਦਾ ਸੀ, ਮੈਂ ਜਨ ਛੱਡ ਕੇ, ਕੁੜੀ ਬਹਿ ਗਈ, ਕੁੜੀ ਦੇ ਲਾਲ ਕੱਪੜੇ ਸੀ, ਕੁੜੀ ਨੇ ਡਾਲੀ ਆਪਣਾ ਨਾਂ ਕੀਤਾ। ਜਦ ਮੈਂ ਪਿੰਡ ਦੀ ਫਿਰਨੀ 'ਚ ਵੜ ਕੇ ਪਿੱਛੇ ਝਾਕਿਆ, ਕੁੜੀ ਹੈ ਨਹੀਂ ਸੀ। ਤੈਨੂੰ ਬਜ਼ੁਰਗ ਨੇ ਤੇਰੇ ਘਰੇ ਭੇਜਤਾ, ਦੱਸ। ਉਹ ਕਹਿੰਦਾ ਜੀ ਬਹਿ ਜਾਓ ਫਿਰ। ਬੇਬੇ, ਹਾਂ ਪੁੱਤ, ਚਾਹ ਧਰ 4 ਗਲਾਸ, ਬਾਹਰਲੀ ਬੈਠਕ 'ਚ ਆ ਜਾਓ ਬਾਈ ਤੁਸੀਂ। ਅਸੀਂ ਦੇਖ ਲਾ ਅੰਦਰ ਵੜ ਕੇ, ਬਣਨਾ ਹੀ ਸੀ, ਬੈਠਕ 'ਚ ਜਾਣਾ ਹੀ ਸੀ ਨਾਲ। ਤਾਂ ਅਸੀਂ ਦੇਖ ਲਾ ਚਲੇ ਗਏ, ਮੰਜੇ ਡਾਹੇ ਹੋਏ, ਮਣੀ ਬਹਿ ਗਿਆ ਮੂਹਰੇ, ਮੈਂ ਤੇ ਮੇਰਾ ਛੋਟਾ ਭਾਈ ਹੋ ਗਿਆ। ਜਿਹੜਾ ਜਵਾਕ ਛੱਡਣ ਆਇਆ ਸੀ
सानू कार दे ओहदे घरे वो चाह लै चाह चख ली। वो कहंदा बाई सुन लो, वो कहना मैं ते एक दीप सी मेरा यार, असीं भाई दोने बहुत बहुत क्लोज। कहना दीप ते डाली आपस विच करदे सी ते ओह कॉलेज पढ़दे, एक दूजे नूं नवेड़न दी गल हो गई, जिंदगी नाल दी गल करन दी हो गई। एक दिन कहना दीप जद घरे गया अंदर, कहना बेबे ओहदी कहदी दीप गल सुन। कहना मैं दीप कहना हाँ बी जी। महाराज भली करे दीप, तेरी भूआ तैनूं कनेडे तो रिश्ता लिआउंदी मल्ला, चंगी कुड़ी कित्ते ते पैसे वाली आ। दीप नूं चक्कर आ गया भी मैं तां हाँ कीती हुई आ डाली नूं, रूह बाजों शरीर फुल बाजों खुशबू, मैं तां मर जूं। कहना अपने असीं गल्लां कीतियां पहली बार उदण बाई सुणदा है। हाँ सुणदा बाई सुणदा, मेरे तां रात वाला हुण भी मैनूं चक्कर आई जांदे आ, मैं तां लाल गोली घरों कैप्सूल खा के आया, मैनूं तां हुण तक वो कुड़ी अख मैं मीचदा लाल कपड़े दे दे बाई, मैनूं भी दींदी है, मैनूं भी दींदी। 2 पुड़ां च सन च जान आई। मणी मैनूं कहंदा की करिए, पहली बार उदण उहने दारू पीती। मणी ने जद दसी, दीप ने कदे दारू नहीं सी पीती, पहली बार उदण दारू पी। दारू पी के कहना मैनूं कहंदा भी की करेगा। कहना मैं अपने हिसाब नाल कहा छड्ड, मैं आपे तेरा दीप डाली नूं सुनेहा दे दूं, तू चढ़ जा। नहीं मन मन्निया, उत्थों मुड़िया ही तू यार, मुड़ के आके फेर डाली नाल ब्याह कर ली। हुण भूआ ने तेरे घर कलेश पाउणा, मां बाप का भी कोई करना सुख, नाले इहो जिहा समाज आ, तू इत्थे कहेगा मैं कुड़ी नाल किस नाल प्यार प्यूर करना, तेरे बापू ने डांग चक लेनी है। मैं कहा हाँ भाई तेरी गल कहनी बनती है। मणी भी खिड़ गया, चाह दोने पी ली, गल चल। अच्छा कहना मैं भाई उन्होंने कहा भी तू बज कनेडे ते ना सूत बनया उत्थों छड्ड के आ जी। कहना मैं मणी मैनू दीप कहना धोखे ते धोखा बाई सिया। कहना मैं कहा मरन मराउण वालियां गल्लां बेहूदा ने, पैसे धेले बिना कख नहीं है। जिहड़ी गल ये है भी कंफ्यूशियस ने कहा फॉरगेट द पास्ट, एंजॉय यूर प्रेजेंट, डोंट वरी अबाउट द फ्यूचर। भाई आ किहड़ी बोली बोलदा यार, तू तां बहुत अंग्रेजी नूं बाझा धर लिया, गल दस सलाह नहीं सानू आउंदी। कहना मैं क्या अच्छा। कहना वो मैनू कहंदा ਇਹ ਆ ਬਾਈ ਗੱਲ ਲੰਘ ਗਏ ਸਮੇਂ ਨੂੰ ਕੀ ਸੋਚਣਾ, ਲੰਘਿਆ ਨੂੰ ਘੋੜੇ ਨਹੀਂ ਮਿਲਦੇ, ਆਉਣ ਵਾਲੇ ਦਾ ਪਤਾ ਨਹੀਂ, ਅੱਜ ਦੀ ਗੱਲ ਕਰ। ਹਾਂ ਐਂ ਕਰ ਅੱਛਾ ਹੋਇਆ ਕੀ ਗਾਹਾਂ ਤੋਂ। ਨਾਲ ਦੇ ਧਾਰੀਆਂ ਵਾਲੇ ਨੇ ਕਿਹਾ, ਕਹਿੰਦਾ ਦੱਸਦਾ ਹੁਣ, ਗੱਡੀ ਵੀ ਖੜੀ ਆ, ਗੱਲ ਮੈਂ ਸੁਣਾ ਰਿਹਾ ਸੁਣ ਲੈ ਸਵਾਰ ਕੇ। ਅੱਛਾ ਮਣੀ ਦੇ ਘਰੇ ਬੈਠੇ ਹੋ? ਬੈਠ ਸਕਦੇ। ਹਾਂ ਮਣੀ ਦੇ ਬੈਠੇ ਆ। ਅੱਛਾ ਫੇਰ ਉਹ ਕਹਿੰਦਾ ਮੈਂ ਦੇ ਦੂੰ ਸੁਨੇਹਾ। ਦੇਖ ਲਾ ਭੂਆ ਆ ਗਈ, ਭੂਆ ਕਾਹਦੀ ਆ ਗਈ, ਨਾਲ ਭੂਆ ਦੇ ਕੈਨੇਡਾ ਵਾਲੀ ਕੁੜੀ ਆ ਗਈ, ਕਰਕੇ ਵਿਆਹ 3 ਮਹੀਨਿਆਂ ਚ ਮੁੰਡੇ ਨੂੰ ਲੈ ਗਏ। ਮੁੰਡਾ ਨਾ ਮਿਲਿਆ ਦੀਪ ਡਾਲੀ। ਅੱਛਾ ਉਹਦੇ ਬਾਅਦ ਕਹਿੰਦਾ ਜਦ ਮੈਂ ਕਾਲਜ ਜਾ ਕੇ ਤੀਜੇ ਦਿਨ ਡਾਲੀ ਨੂੰ ਕਿਹਾ ਬਈ ਦੀਪ ਨਾਲ ਤਾਂ ਆਹੋ, ਉਹਦੇ ਬਾਅਦ ਕਹਿੰਦਾ ਇੰਨੀ ਸੋਹਣੀ ਸੁਨੱਖੀ ਕੁੜੀ ਪੱਥਰ ਦੀ ਬਣ ਗਈ, ਲਾਲ ਕੱਪੜੇ ਪਾ ਕੇ, ਸਾਰਾ ਜਿਹੜਾ ਉਹਨੇ ਆਪਣਾ ਦਾਜ ਦਾ ਸਮਾਨ ਜੋੜਿਆ ਸੀ ਕੱਪੜੇ ਪਾ ਕੇ ਆ ਕੇ ਚੰਦ ਪਾਨ ਦੇ ਸਟੇਸ਼ਨ ਤੇ ਆਹੀ ਗੱਡੀ ਦੇ ਥੱਲੇ ਆ ਗਈ ਜਿਹਦੇ ਚ ਬੈਠੇ ਆ। बोला 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 भाई बोला, क्यों? मैं बोला था ना, मैं बोला था ये होती है भाई, ये चुड़ैल और भूत प्रेत सब होता है। बह जाता है जाने आप पै जा तेरे प्लेग तेरे, तू हराम दिया बोलना ना हटी। बागरू बेबे ने फिर गुर्दे इकट्ठे कर ले, धारियां वाला निगाह कड्डी, पूरा हले भी बैठा सी, सामने बैठी इस्त्री हले घूक रही, जदों मूहरे नूं देखदी वो भी मूहरे नूं देखदा, कदे पिछे नूं हुंदा। अच्छा भाई फिर की जद मनी ने सानू दसिया बाई सिया उत्थों पिंड तक कार च मैनू ऐ भी लगे जिवें कार ते वजन हुंदा, कोई चीज चढ़ी हुंदी है कार। रेल गड्डी हले भी खड़ी सी, तुरन दा नाम नहीं सी लैंदी, लोग आवाजार हो रहे सी। क्या बात है भाई तपमान सिंह? जब अंदरों किसी ने रेल कर्मचारी जान के गार्ड ने पूछा, सारे गिद्दड़ वांगू बाहर मुंह करके झाके जिवें बाहर, सुभाਅ दा अखड़ होण करके तापमान सिंह ਉਹਦਾ ਨਾਂ ਸੀ, ਉਹਨੂੰ ਗੁੱਸਾ ਬਹੁਤ ਆਉਂਦਾ। ਤਾਪਮਾਨ ਸਿੰਘ ਹਰਿਆਣੇ ਦਾ ਸੀ ਤੇ ਕੋਟਕਪੂਰੇ ਤੋਂ ਦਿੱਲੀ ਜਾਣ ਵਾਲੀ ਜਿਹੜੀ ਜਨਤਾ ਐਕਸਪ੍ਰੈਸ ਵੀ ਉਹਨੂੰ ਕਹਿੰਦੇ ਹਾਵੜਾ ਮੇਲ ਵੀ ਕਹਿੰਦੇ, ਉਹਦੇ ਤੇ ਗਾਰਡ ਸੀ। लगता है कोई आप गाड़ी के नीचे आ गई गणेश भाई। वागरू बेबे ने फिर वागरू कहता, पल्ला पल्ला पल्ला।
ਉਹੀ ਕੁੜੀ ਤਾਂ ਨਹੀਂ ਆ ਗਈ ਤੁਹਾਡੀ ਚੰਦਪਾਨ ਵਾਲੀ ਬਾਈ? ਓਏ ਉਹ ਚੰਦਪਾਨ ਕਿੱਥੇ ਯਾਰ, ਆਪਾਂ ਕਿੱਡੀ ਦੂਰ ਬੈਠੇ ਆ, ਤੂੰ ਇਹ ਕੀ ਗੱਲ ਕਰ? ਇਹ ਹਵਾ 'ਚ ਰਹਿੰਦੀਆਂ ਚੀਜ਼ਾਂ, ਮੰਨ ਲਾ ਤੂੰ ਮੇਰੀ ਗੱਲ। ਇਹ ਉੱਥੇ ਵਾਲੀ ਨਾ ਕੁੜੀ ਹੋਵੇ, ਕੀ ਨਾਂ ਲੈਂਦਾ, ਡਾਲੀ ਓਏ ਉਹਦਾ ਉੱਥੇ ਆ, ਉਹ ਉੱਥੇ ਹੀ ਆਉਂਦੀ ਆ, ਉਹ ਪਿੰਡਾਂ ਚੰਦਪਾਨ ਜੈਤੋ ਦੇ ਆਲੇ ਦੁਆਲੇ ਪਿੰਡਾਂ 'ਚ ਰਹਿੰਦੀ ਆ। ਆਹ ਕਿਹੜੀ ਥੱਲੇ ਆ ਗਈ ਫਿਰ? कितनी उम्र थी तापमान सिंह? मैंने अभी भाई जन्म सर्टिफिकेट नहीं देखा, जब मालूम पड़ गया तो बता देंगे। तापमान ने अग कढ़ी अंदर। गणेश चुप कर गया। आप भी जवाब नहीं तापमान भाई, जवाब नहीं है आपका। गणेश ने हौली दे के गल बेबे दे सामने बैठे रहे। जब हुण दूजी तीवीं मरण दीयां गल्लां हो गई, अंदर जमे ही डब्बे च कलेश पै गया। सारे इकट्ठे जो हुए, कईयां ने हिस्सियां दीयां बुक्कलां मार लियां। फौजी नाल दे नूं कहंदा ऐ कर, इत्थे तीवी थल्ले आ गई, उत्थे वाली आ देख ला, दस ला ड्राइवर बैस्टर गड्डी तुरी फिरदे, तू पेक पा ला अपनी। ਉਹ ਸਾਮੀ ਨੂੰ ਲੈ ਕੇ ਜਾਣੀ ਹੈ ਯਾਰ, ਉਹ ਸਾਮੀ ਨੂੰ ਉੱਥੋਂ ਹੀ ਲੈ ਕੇ ਦੇ ਦਾਂਗੇ, ਤੂੰ ਪਾ ਲੈ। ਇੱਥੇ ਕੀ ਪਤਾ ਕੀ ਹੋ ਜਾਏ, ਕੋਰਟ ਮਾਰਸ਼ਲ ਵੀ ਹੋ ਸਕਦਾ ਹੈ ਜਾਂ ਨਾਲ ਹਿੰਦੀ ਬੋਲਣਾ। ਸਾਰੇ ਇਕੱਠੇ ਜਿਹੇ ਹੋ ਗਏ, ਸਾਰੇ ਗੱਲਾਂ ਕਰਦੇ ਕਰਦੇ। ਜਿਹੜਾ ਭਈਆ ਕਹਿੰਦਾ ਸੀ ਵੀ ਜੇ ਚੜੇਲ ਹੋਤੀ ਹੈ, ਉਹਨੇ ਹੌਲੀ ਦੇ ਕੇ ਗੀਜੇ ਚੋਂ ਬੋਚ ਕੇ ਜੇ ਸੰਤਰੇ ਦਾ ਰੀਆ ਕੱਢ ਲਿਆ। ਡਰ ਉਹਦਾ ਸਾਹਮਣੇ ਬੈਠੀ ਬੇਬੇ ਤੋਂ ਸੀ। ਇਹਦੇ ਲਈ ਬੇਬੇ ਦਾ ਚੁੱਪ ਦਾ ਜਾਇਜ਼ਾ ਲੈ ਰਿਹਾ ਸੀ, ਜਿਵੇਂ ਬੇਬੇ ਦੀ ਸਿੱਧੀ ਅੱਖ 'ਚ ਅੱਖ ਚੌਪਾਈ, ਹੌਲੀ ਹੌਲੀ ਕੰਮ ਕਰਦੇ। ਬੇਬੇ ਬਾਗਰੂ ਬੇਬੇ ਨੇ ਰੇਲ ਬਣਾਈ ਪਈ ਸੀ ਮਾਲਾ ਦੀ। ਭਈਏ ਨੇ ਅੱਖ ਬਚਾ ਕੇ ਅੱਧਾ ਅਧੀਆ ਅੰਦਰ ਮਾਰਿਆ। ਜਦ ਢਕਾਰ ਮਾਰਿਆ, ਮੁਸ਼ਕ ਫੈਲ ਗਿਆ। ਮੁਸ਼ਕ ਆਈ ਤੇ ਬੇਬੇ ਨੇ ਨੇਤਰ ਖੋਲ ਲਏ। ਪਹਿਲਾਂ ਤਾਂ ਭੱਜ, ਫੌਜੀਆਂ ਵੱਲ ਝਾਕੀ। ਨਾ ਬੇਬੇ ਅਸੀਂ ਨਹੀਂ ਪੀਤੀ। ਕੀ ਕਰੀ ਜਾਂਦਾ ਵੇ ਤੂੰ? ਸਾੜ ਭਰਾਤਾ ਆਉਂਦੇ ਜਾਣੇ ਨੇ। ਬੇਬੇ ਨੇ ਭਈਏ ਵੱਲ ਝਾਕ ਕਿਹਾ, ਸਰਦੀ ਹੈ ਮਾਤਾ ਜੀ, ਤੇ ਜਿਹੜੇ ਨਹੀਂ ਪੀਂਦੇ ਮੱਚ ਲਿਆ, ਉਹ ਸਾਰੇ ਮਰ ਜਾਂਦੇ ਆ। ਗੱਲ ਜਾਣੇ ਕਿਵੇਂ ਡਾਡ ਮਾਰਨ ਲਾਤੀ ਸੜੇ ਵੇ ਨੇ। ਬੇਬੇ ਨੇ ਚੁੰਨੀ ਨੱਕ ਤੇ ਕਰ। ਭਈਆ ਮੁਸ਼ਕੜੀ ਹੱਸਦਾ, ਸਰੀਰ ਭੁਜੜੇ ਦਾ ਅੱਗੇ ਪਾਵੇ ਜਿੱਡਾ ਉੱਤੋਂ ਮੱਚਦਾ ਨਸ਼ੇ ਕਰਦਾ। ਕੁਛ ਆਪਣੇ ਟੱਬਾ ਟੀਹਣ ਵਾਲੇ ਵੀ ਸੋਚ ਲੈ ਕਰ, ਅੱਗ ਲੱਗਣਿਆ ਲਾ ਲਿਆ ਮੂੰਹ ਨੂੰ। ਬੇਬੇ ਆਹ ਲੈਵਲ ਤੇ ਗੱਲ ਕਰ ਰਹੀ ਜਿਵੇਂ ਭਈਏ ਦੇ ਪਿੰਡ ਦਾ ਵੀ ਪਤਾ ਹੋਵੇ, ਭਈਏ ਦੇ ਜਵਾਕ ਕਿੰਨੇ, ਸਾਰਾ ਕੁਛ। ਜਿਹੜੀ ਪਿੰਡ ਦੀ ਗੱਲ ਸੀ, ਭਈਏ ਬੇਬੇ ਡੱਬੇ ਦੇ ਵਿੱਚ, ਜਿਵੇਂ ਬੇਬੇ ਡੱਬੇ ਦੀ ਇੰਦਰਾ ਗਾਂਧੀ ਹੋਵੇ, ਸਾਰੇ ਬੇਬੇ ਵੱਲ ਝਾਕਦੇ। ਬੇਬੇ ਕਮਾਂਡ ਤੇ ਸੀ। ਬੇਬੇ ਨੇ ਫੇਰ ਜਿਹੜਾ ਮਾਲਾ ਸੀ, ਬਾਗਰੂ ਮਾਤਾ ਜੀ ਆਪ ਤਾਂ ਖਾਮਖਾ ਗੁੱਸਾ ਕਰ ਰਿਹਾ ਹੈ, ਤੇ ਹੋਰ ਹਰਾਮਦਾ ਤੈਨੂੰ ਸਰੋਪਾ ਪਾਵਾਂ ਕਿ ਮੇਰੇ ਹਵਾ ਪਲੀਤ ਕਰੀ ਜਾਂਦਾ, ਉੱਤੋਂ ਜਾਬਾ ਮਾਰਦਾ ਕਸਾਈਆਂ ਦੇ ਜਾਣਾ ਭੋਕ। ਬੇਬੇ ਨੇ ਫੇਰ ਕਿਹਾ। ਜਦ ਬੇਬੇ ਭਈਏ ਵੱਲ ਝਾਕ ਕੇ ਧਾਰੀਆਂ ਸੁਰਮੇ ਵਾਲੇ ਵੱਲ ਝਾਕੀ, ਤੂੰ ਫੇਰ ਸਿੱਧਾ ਹੀ ਝਾਕੀ ਜਾਂਦਾ ਹਰਾਮਦਿਆ, ਤੂੰ ਵੀ ਨਹੀਂ ਹਟਦਾ। ਉਹ ਇਕੱਠਾ ਜਾ ਹੋ ਗਿਆ। ਸੇਵੇ ਵਾਲੇ ਪਿੰਡ ਵਾਲੇ ਫੌਜੀ ਨੇ ਜਿਹੜੀ ਡਰਾਈਵਰ ਨੇ ਗੱਲ ਸੁਣਾਈ ਸੀ, ਉਹਦੇ ਨਾਲ ਬੇਬੇ ਨਾਲ ਗੱਲ ਕਰਦੀ, ਕਿਉਂਕਿ ਉਹਨੇ ਚੜੇਲ ਵਾਲੀ ਗੱਲ ਸੁਣਾਈ ਸੀ। ਬੇਬੇ ਉਹਦੇ ਵੱਲ ਤਰਪ ਕੇ ਦੇਖੀ। ਬੇਬੇ ਨੇ ਪਿੱਛੇ ਫੌਜੀਆਂ ਵੱਲ ਝਾਕਿਆ। फौजी टेंशन सी, पूरे फौजी कुछ नहीं सिखा। अरे अभी कितनी देर और लगेगी तापमान सिंह? गणेश ने फेर कहा। जब गाड़ी चलने लगी आपको मालूम पड़ जाएगा। भैया क्यों बेकार में बाजार कर रहे हो? हल्ले गार्ड फेर बोले। लोग गड्डी दी तुरन दी उड़ीक कर लगे, बाहर कुछ ना देखे। घंटा क ट्रेन खड़ी रही, जांच पड़ताल चलती। 1.5 घंटे बाद सिग्नल होगा, गड्डी तुर। हर एक ने सुख लगा, सच्चे पातशाह सुख रखी मालका। तुर पी भाई, तुर पी। हुण चंदभान वाली डाली काह जिहड़ी थल्ले आई, दोने लोकां दे सिर ते चढ़िया पे। सुख दा साह लिया। भईए ने बेबे वल देख के रहिंदी दारू दियां घुट्टां होर भर लियां, खाली अधी सीट दी बक्खी च देता, जिवें परखी मारदा हुंदा ना, चीनी वाली परखी मार के लाला पिंड चीनी दी बोरी दे विचों थोड़ी जी चीनी कढ के जट दे हक ते पाउंदा, ऐ विच नूं पा दे। प्लेग पैना तेनू लै जाना है, जदों चोर तू हसदा नहीं, भस टकार मारना। बेबे फेर पाई। बस अब हट गया माता जी, अब डकार नहीं बजेगा, अब काम सारा हो गया। भुज जाणिया हुण मैं चक के थल्ले भी धर लूं, नाले पट्टू तेरियां बूदियां जिहां। बेबे नूं भईया बहुत माड़ा लगदा, क्योंकि भईए ने चड़ेल दी गल तोरी, ओहदी चड़ेल तो फिर सेवे वाली गल डाली दी तुरी। ये स्यापा ही भईया। पटड़ी भादी गड्डी शका शक करदी, सीधा मतलब हिटलर दी फौज वांगू चढ़दी जांदी। अद्धी रात हो गई, लोग घराड़े मारन लगे। मानसा स्टेशन ते गड्डी रोक गई। गड्डी रोकना लोकां ने भी हरबस कीती। गिनती ਦੀਆਂ सवारियां उतरियां। एक सज विआही कुड़ी ट्रेन च चढ़ गई, ਉਹਦੇ ਨਾਲ ਉਹਦਾ ਟੱਬਰ। सज विआही कुड़ी बहुत ही मड़क नाल डब्बे चढ़ी। ਉਹਦੀਆਂ ਝੀਲ ਵਰਗੀਆਂ ਅੱਖਾਂ, ਕੁਦਰਤੀ ਦਲਕ, सज्जरी सवेर वर्गी ताजगी,
ਤੇ ਡੱਬਾ ਮਹਿਕਣ ਲੱਗਦਾ, ਕੱਪੜੇ ਪਾਏ ਹੋਏ, ਕਈ ਸੁੱਤੇ ਪਿਆਂ ਦੇ ਨੱਕ ਦੇ ਵਿੱਚ ਭੂਰੀ ਕੀੜੀ ਲੜ ਪਈ। ਭਈਆ ਪਾਊਡਰ ਕਿਸਮ ਦੀ ਕਿੱਥੋਂ ਮੁਸ਼ਕ ਆ ਗਿਆ, ਕਿੱਥੋਂ ਕਰੀਮ ਦੀ ਆ ਗਈ। ਧਾਰੀਆਂ ਵਾਲੇ ਨੇ ਸਭ ਤੋਂ ਪਹਿਲਾਂ ਅੱਖ ਵਿੱਚ, ਕਾਰ ਡਰਾਈਵਰ ਨੇ ਵੀ ਗੱਲ ਦੇਖੀ, ਜਿਹੜਾ ਸੇਵੇ ਵਾਲੇ ਮੁੜ ਕੇ ਆਇਆ ਸੀ। ਦੋਨਾਂ ਨੇ ਆਖਿਆ ਵਾਹਿਗੁਰੂ ਉਹਦਾ ਅੰਮ੍ਰਿਤ ਦਾ ਟਾਈਮ ਹੈ। ਉਹਨੇ ਵੀ ਗੱਲ ਕੀਤੀ। ਫੌਜੀ ਦੋਨੇ ਟੈਨਸ਼ਨ ਹੋਏ ਸੁੱਤੇ ਪਏ ਸੀ। ਜਦ ਉਹਨੇ ਭਈਏ ਉਹਨਾਂ ਦੇ ਡੱਬੇ ਚੋਂ ਆ ਕੇ ਬੜੀ, ਭਈਏ ਦੀ ਅੱਖ ਖੁੱਲ ਗਈ। ਭਈਏ ने रौला पाता, बाबा जी ये तो वही है जो मेरे पास खेत में आई थी। वह पैसा पड़ा कानू चचू पाया। बेबे ने जुत्ती रू हाथ पा लिया। वही कौन? चिंता च पै गया, फाहा पै गया। कौन? जो हमारे पास खेत में पानी पीने आई थी वही है। आके भईए ने सुरमे वाले दे हालत दी जखना पटती, वो सेध लाई बैठा सी, ओदी भंगना पाती। फौजी भी टेंशन, अच्छा भैया पक्की बात है ये वही है? और तैनू भुलेखा लग्या होना। ओदे जेहन च क्लीयर बोल, वे कानू मोख मारी जाना, प्लेग पड़ा तैनू, चढ़ जाए तैया जानदे नू रोणिया किवें तड़फी जांदा हराम दा, जिवें चपाटी निकली हुंदा है। कित्थों पाप लग्या सानू। बस टके दे मार मार घोंसले बूथे च चिप पा दू। बेबे वो गल ते नहीं थी लियाउण दिंदी भी चड़ेल ना कहे। तो भाई डरदा भैया सी हो के बैठ गया। पर बार बार सज ब्याही कुड़ी वाल फेर देखी जाते। खानी दारू का नशा सी, खानी लाल कपड़े का मन ते प्रभाव सी। हुण गल्लां ही भूता चटेलां दियां ज्यों चलन लगियां। बठिंडे के स्टेशन तो भईए नूं लगे वही है मेरे पास पानी पीने आई थी। गड्डी पानीपत करनाल टपदी दिल्ली के स्टेशन ते आ रही। सारे राह सुकने पाते भैड़े मूंह वाले ने। हुण देख किवें खण पट्टी सलाल वांगू छापड़िया बैठा है। घराड़े मारते भईए बल वेख के बेबे ने अपनी पड़ास कढ़ी। बेबे ने दिल्ली उतरना सी ते भईए ने तो देखा गाहां जाना सी, बिहार दा सी, हावड़े नूं जानी सी जनता एक्सप्रैस। तां सारे ट्रेन तो उतरे। सुरमे वाला ते भईया सज ब्याही कुड़ी दे परवाल खोड़ चले गए। किहड़ा नगरा छोटे भाई? मानसा है बाई जी। क्यों? कुड़ी दा चाचा चंचे ते सवाल बार बोले। कुड़ी दा पढ़िया लिखिया तरकशील बिरती दे। सुरमे वाले ने भईए वालों सुनी गल बगैर किसी भूखा। बाई आ साडे नाल बैठा सी, असीं आए बठिंडे ओरले बन्ने थोड़े मानसा तो पहला गड्डी थल्ले कोई तीवी आ गई। साडे नाल ओह ड्राइवर बैठा सी, उहने पिंड सेवे वाली दी गल सुणाती भी सेवे वाले पिंड च भी लाल कपड़े पा के एक कुड़ी तुरी फिरदी आ। ओहदी हाथ किहदी? ओह जिहड़ा बहुत बाई बैठा जिहड़ा ओह उत्थे किराए दी कार चलाउंदा वेस्टर्न, ओहदी कार च बह गई सी ओह कुड़ी लाल कपड़ियां वाली। अच्छा ਇਹ ਭਈਆ ਕਹਿੰਦਾ ਵੀ ਇਹ खेत च पानी लाਉਂਦਾ ਸੀ, ਇਹਨੂੰ आ थोड़ी कुड़ी आ ਜਿਹੜੀ ਇਹ पानी मंग के गई है ते शिकम हो गया। तरकशील चाचा आ भैया तैनू भुलेखा पिया, 4 मारांगे तेरे पूरे। हुण तेरी संतरा जे हुणे ला दूं, ਇਹਦਾ इलाज कराओ किते। कुड़ी वाले पासे सब ठीक है। साडी कुड़ी दा कनेडा ਚੱਲੀ है, ਵਿਆਹ के गया मुंडा। ਅਸੀਂ ਤਾਂ ਇਹਨੂੰ ਚੜਾਉਣ ਚੱਲੇ ਆ ਦਿੱਲੀ 에ਅਰਪੋਰਟ ਤੇ। ਇਹਨੇ ਤਾਂ ਭਾਈ ਜੈ ਖਾਣੇ ਨੇ ਸਾਡੀਆਂ ਨਾਸਾਂ ਤੇ ਦੀਵਾ ਵਾਲੀ ਰੱਖਿਆ। ਬੇਬੇ ਝੋਲੀ ਚੱਕੀ ਖੜੀ ਸੀ। ਕੁੜੀ ਸੁੱਖ ਨਾਲ ਕੈਨੇਡਾ ਚੱਲੀ ਆ। ਭੈੜੀ ਬੂਥੇ ਵਾਲਾ ਨਵੇਂ ਨੁੱਗੇ ਕੱਢ ਦਿਖਾਉਂਦਾ। ਬਾਈਦਾ ਪਰੇ ਗੋਲੀ ਪੈਣਿਆ ਤੈਨੂੰ ਕਿਤੇ ਡਾਕਖਾਨੇ ਦਾ ਦਾਖਲ ਕਰਾਉਣਾ ਪਏ, ਕੁਛ ਨਾ ਆਖ। ਬੇਬੇ ਟੁੱਟ ਕੇ ਬਗੀ। ਮਾਤਾ ਜੀ ਭਈਆ ਬੋਲਾ, ਚੁੱਪ ਕਰ ਲੈ ਚੁੱਪ, ਨਹੀਂ ਤਾਂ ਟੋਟਣ ਕਰ ਦੂੰ ਪਿੰਡਾ ਤੇਰਾ। ਭਈਆ ਗੱਡੀ ਚੜ ਗਿਆ। ਬੁੜੀ ਬੇਬੇ ਵੀ ਉਤਰ ਗਈ, ਧਾਰੀਆਂ ਵਾਲਾ ਵੀ ਉਤਰਿਆ ਆ, ਉਹ ਵੀ ਕੱਲਾ ਹੀ ਆ ਗਿਆ। ਜਿਹੜੀ ਸਵਾਰੀ ਵੱਲ ਝਾਕਦਾ ਸੀ ਉਹ ਵੀ ਵਿੱਚੇ ਰਹਿ ਗਈ। ਅੰਬੈਸਡਰ ਵਾਲਾ ਜਿਹੜਾ ਕਿਰਾਏ ਵਾਲਾ ਸੀ ਉਹ ਵੀ ਉਤਰਿਆ। ਭਈਆ ਰਹਿ ਗਿਆ ਅੰਦਰ। ਬੇਬੇ ਨੇ ਅੰਦਰ ਵੱਲ ਨੂੰ ਭਈਏ ਵੱਲ ਝਾਕਿਆ। ਭਈਆ ਫੇਰ ਕਹਿੰਦਾ ਚੰਗਾ ਬੇਬੇ ਜੀ ਸਤਿ ਸ੍ਰੀ ਅਕਾਲ ਬਰਾਤਾ, ਜਾ ਤੇਰੇ ਲੱਗ ਜਾਏ ਗੋਲੀ ਤੇਰੇ। ਬੇਬੇ ਨੇ ਪਿੱਠ ਕਰਕੇ ਕੁੜੀ ਦਾ ਸਿਰ ਪੋਸਿਆ। ਜਿਉਂਦੀ ਵਸਦੀ ਰਹਿ ਭਾਈ, ਉਹਦੇ ਸੁਹਾਗਣ ਹੋਵੇਂ, ਕੈਨੇਡਾ ਜਾਣਾ ਤੂੰ। ਇਹਨੇ ਤਾਂ ਝੱਜੂ ਪਾਤਾ ਸੀ। ਆਰਾਮ ਦੇ ਨੇ ਮੇਰੇ ਡੋਬ ਪੈਣ ਵਾਲਾ ਕਰਦਾ ਸੀ। ਮੈਨੂੰ ਤਾਂ ਰੱਬ ਨੇ ਬਚਾਇਆ। ਮਾਲਾ ਨੇ ਕੱਢ ਕੇ खीसे च 5 रुपये कुड़ी दे हाथ फड़ाते। बेबे जिउदी बसती रह। सवारियां बिसर गईयां। जनता एक्सप्रैस हावड़े वाली चढ़ी। दाची वालिया मोड़ महारवे। ਇਹਦਾ ਪਹਿਲਾ ਹੀ ਕਾਂਡ ਸੀ। ਬਾਈ ਨੇ ਬਹੁਤ ਇਹ ਕੁਝ ਇਕੱਠਾ ਕੀਤਾ ਹੋਇਆ ਸੀ। ਉਹ ਇੱਕ ਗੱਡੀ ਅੱਜ ਚੱਲਦੀ ਹੈ ਤੇ ਸੇਵੇ ਵਾਲੇ ਅਲੱਗ ਹੈ ਡਾਲੀ। ਫਿਰ ਉਹਨੂੰ ਇਕੱਠਾ ਕਰਕੇ ਸੰਪੂਰਨ ਕਰਨ ਦਾ ਯਤਨ ਕੀਤਾ। 20-21 ਪੇਜ ਸੀ। ਤਾਂ ਹੀ ਪਹਿਲਾਂ ਤੋਰੀ। ਇਹ ਕਹਾਣੀ ਸ਼ਾਇਦ ਪਹਿਲਾਂ ਵੀ ਸੁਣਾਈ ਹੋਵੇ। ਪਹਿਲਾਂ 2-3 ਅਲੱਗ-ਅਲੱਗ ਸੁਣਾਈਆਂ ਸੀ, ਤਿੰਨਾਂ ਨੂੰ ਇੱਕ ਜਗ੍ਹਾ ਕਰਤਾ। ਅੱਜ ਲਿਖਣ ਵਰਗਾ ਸਵਾਦ ਉਹਦੀ ਗੱਲ ਕਰਨੀ।
ਬਈਏ ਦਾ ਢਕਾਰ ਮਾਰਨਾ, ਚੋਰੀ ਪੀਣਾ, ਧਾਰੀਆਂ ਵਾਲਾ ਬੈਠਣਾ, ਚੱਲਦੀ ਗੱਡੀ 'ਚ ਬੰਦੇ ਦਾ ਹਿੱਲਣਾ ਤੇ ਉਹਦੇ ਤੇ ਨਿਗਾਹ ਰੱਖਣੀ, ਉਹ ਬਹੁਤ ਕੁਛ ਹੈ ਇਹ, ਜਿਵੇਂ ਬੀਨ ਤੇ ਸੱਪ ਵੇਖਦਾ। ਤੇ ਪ੍ਰੋਗਰਾਮ ਕੋਈ ਅੱਜ ਆਪਣੇ ਕੋਲ 5-7 ਮਿੰਟ ਹੈਗੇ, ਜੇ ਕੋਈ ਗੱਲ ਕਰਨੀ ਹੋਵੇ ਕਰ ਲਿਓ ਅੱਜ। 1844 247 1550 blueprint.ca 778 896 ਅਸਲ ਸਾਰੇ ਹਫ਼ਤੇ ਦਾ ਨਾ ਬ੍ਰੇਕ ਹੈ ਜਿਹੜਾ ਇਹ ਲੈ ਜਾਂਦਾ ਬੁੱਧਵਾਰ ਨੂੰ। ਇਹ ਮਨ ਦੀ ਆਪਣੀ ਰੂਹ ਇਹਦੇ ਨਾਲ ਖੁਸ਼ ਹੁੰਦੀ ਹੈ, ਆਪ ਖੁਸ਼ ਹੋਈਦਾ ਸੁਣਾ ਕੇ, ਫਿਰ ਆਪ ਸੁਣੀਦੀ ਆ ਰਾਤ ਨੂੰ, ਫਿਰ ਮਨ ਨੂੰ ਵਧੀਆ ਲੱਗਦਾ ਹੈ, ਟੈਨਸ਼ਨ ਤੋਂ ਬੰਦਾ ਦੂਰ ਹੋਵੇ ਯਾਰ। blueprint.ca 778 896 77889671191 blueprint। ਤੁਸੀਂ ਜਿੰਨੇ ਵੀ ਟ੍ਰੇਡਸਮੈਨ ਹੋ ਇਹਦੇ ਤੇ ਐਨਰੋਲ ਕਰ ਸਕਦੇ ਹੋ, ਤੇ ਕਿਸੇ ਨੇ ਘਰ ਬਣਾਉਣਾ ਇੱਥੋਂ ਹੀ ਤੁਹਾਨੂੰ ਲੱਭ ਸਕਦਾ ਬੰਦਾ। ਤੇ ਟ੍ਰੇਡਸਮੈਨ ਖਾਸ ਤੌਰ ਤੇ ਪ੍ਰੋਫੈਸ਼ਨਲ ਹੋਵੋ, ਪ੍ਰੋਫੈਸ਼ਨਲ। ਹੁਣ ਆਪਾਂ ਨੂੰ ਇੱਕ ਸ਼ਬਦ ਪ੍ਰੋਫੈਸ਼ਨਲ ਹੁਨਰ ਨਾਲ, ਹੁਨਰ ਦਾ ਮਤਲਬ ਇਹ ਨਹੀਂ ਕੰਮ ਹੈ ਤੁਸੀਂ ਕੰਮ ਤਾਂ ਸਿੱਖਿਆ ਹੀ ਹੋਇਆ, ਬਾਕੀ ਚੀਜ਼ਾਂ ਸੂਟ ਕਰੋ, ਐਨ ਸਤਿਕਾਰ ਮਾਣ ਨਾਲ ਵਧੀਆ ਤਰੀਕੇ ਨਾਲ ਕੰਮ ਕਰੋ, ਔਨ ਟਾਈਮ ਅਗਲੇ ਦਾ ਕੰਮ ਕਰੋ, ਲੇਟ ਨਾ ਕਰੋ, ਚੰਗੇ ਤਰੀਕੇ ਨਾਲ ਕੰਮ ਕਰੋ, ਤੇ ਫਿਰ ਤੁਹਾਡਾ ਰੈਫਰੈਂਸ ਅਗਲਾ ਦਵੇ ਵੀ ਹਾਂ ਕੰਮ ਕਰਕੇ ਗਏ ਨੇ ਬੰਦੇ। ਤੇ 778 896 77889671198 blueprint.ca ਇੱਥੇ ਤੁਸੀਂ ਐਨਰੋਲ ਹੋ ਜਾਓ। ਇੱਥੋਂ ਹੀ ਜਿਹੜੇ ਨੇ ਘਰ ਬਣਾਉਣ ਵਾਲੇ ਡਰਾਇੰਗਸ ਆਪਣੀਆਂ ਅਪਲੋਡ ਕਰਨਗੇ। 778 896 ਪ੍ਰਦੀਪ ਮਹਿਤਾ ਜੀ, ਸਤਿ ਸ੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਮਹਿਤਾ ਸਾਹਿਬ। ਬਹੁਤ ਸੋਹਣੀ ਤੁਹਾਡੀ ਹਾਂਜੀ ਕਹਾਣੀ, ਬਹੁਤ ਸੋਹਣੀ, ਮੈਂ ਸੁਣਦਾ ਰਹਿਣਾ ਤੁਹਾਡਾ। ਔਰ ਐਨ ਚਿੱਤਰਨ ਜਿਹੜਾ ਹੈ ਨਾ, ਉਹ ਐਨ ਲੱਗਦਾ ਸੀ ਵੀ ਅਸੀਂ ਵੀ ਟ੍ਰੇਨ ਦੇ ਵਿੱਚ ਬੈਠੇ ਹਾਂ। ਔਰ ਇੱਕ ਕਰੈਕਟਰ ਦਾ ਜਿਹੜਾ ਤੁਸੀਂ ਸਮਾਂ ਬੰਨਿਆ ਬਹੁਤ ਵਧੀਆ। ਵਧੀਆ ਅਸੀਂ ਆਪਣੀ ਜ਼ਿੰਦਗੀ 'ਚ ਐਵੇਂ ਦੇ ਕਰੈਕਟਰ ਦੇਖੇ ਆ ਨਾ, ਜਿਹੜੇ ਪਿੰਡਾਂ 'ਚ ਕਦੀ ਆਪਣੇ ਏਰੀਏ ਦੇ ਵਿੱਚ ਆਪਣੀ ਬੋਲੀ ਆਪਣੀ ਉਹ ਫਿਰ ਆਪਾਂ ਨੂੰ ਲੱਗਦਾ ਵੀ ਆਪਾਂ ਡੱਬੇ 'ਚ ਮੈਂ ਦਰਾਹੇ ਹੋ ਸਰਹੰਦ ਵਾਲੇ ਡੱਬੇ 'ਚ ਬਹਿ ਗਿਆ। ਉਹ ਐ ਕੁਛ ਮੈਂ ਸਫ਼ਰ ਬਹੁਤ ਕੀਤਾ ਜੀ, ਕਲਕੱਤੇ ਸਰਵਿਸ ਕਰਦਾ ਰਿਹਾ, ਕਲਕੱਤੇ ਜਾਂਦਾ ਰਿਹਾ, ਹਾਵੜਾ 'ਚ ਗਿਆ ਬਹੁਤ ਆ ਮੈਂ, ਸਿਆਲ ਦਾ ਤੇ ਹਾਵੜਾ ਦੋਨਾਂ। ਹਾਂਜੀ ਹਾਂ, ਸਾਡਾ ਨਾਲ ਹੀ ਆ, ਤੁਹਾਡੇ ਬਨੂੜ ਹੈ ਜੀ ਬਸ। ਹਾਂ ਮੈਂ ਤੁਹਾਡੀ ਬੋਲੀ ਮੈਨੂੰ ਪਤਾ ਲੱਗ ਹਾਂਜੀ ਹਾਂ, ਸਾਰੇ ਆਪਾਂ ਇੱਕ ਆ। ਹਾਂਜੀ ਹਾਂਜੀ ਨਹੀਂ ਬਹੁਤ ਸੋਹਣੀ ਹੈ ਜੀ, ਬਹੁਤ ਸੋਹਣੀ, ਵਾਹ ਜੀ ਵਾਹ, ਥੈਂਕ ਯੂ ਮੈਮ। ਸਾਰੇ ਆਪਾਂ ਇੱਕੋ ਹੀ ਧਰਤ ਤੋਂ ਆਇਆ। ਹੈਨੀਅਲ ਜੀ ਲਾਈਨ ਨੰਬਰ 3। ਹਾਂਜੀ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੈਨੀਅਲ ਸਾਹਿਬ। हेलो हरजीत जी, बहुत अच्छी पेशकश है जी, काबिल तारीफ है, इसे एकदम खिंच के रखो। हरजीत जी अगर ਤੁਹਾਡੇ ਕੋਲ ਟਾਈਮ ਥੋੜਾ ਜਿਹਾ ਹੈਗਾ, ਅਗਰ ਇਜਾਜ਼ਤ ਦਿੰਦਾ ਹੈ ਤਾਂ ਭਾਪੇ ਦਾ ਸਰਟੀਫਿਕੇਟ ਇੱਕ ਮਿੰਟ ਸੁਣਾ ਦਿਓ ਜੀ, ਭਾਪੇ ਦਾ ਜਾਤੀ ਸਰਟੀਫਿਕੇਟ। ਓਕੇ ਜੀ, ਥੈਂਕ ਯੂ। ਸੁਣਾ ਦਿੰਦੇ ਆ ਕੀ ਸੁਣਾ ਦਿੰਦੇ। ਥੈਂਕ ਯੂ ਹੈਨੀਅਲ। ਸਰ ਜੀ ਗਰੇਵਾਲ ਸਾਹਿਬ ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ। ਵੈਸੇ ਅੱਜ ਤੁਸੀਂ ਨਾ ਬੱਖੀਆਂ ਦੁਖਣ ਲਾਤੀਆਂ ਹਿਸਾਬ ਆ ਕੇ, ਪਰ ਇੱਕ ਜਿਹੜਾ ਤੁਹਾਡਾ ਲਹਿਜਾ ਮੈਨੂੰ ਲੱਗਦਾ ਜਿਉਂ ਜਿਉਂ ਬੰਦਾ ਕੋਈ ਕੰਮ ਕਰਦਾ ਉਹਦੇ ਚ ਪਰਫੈਕਸ਼ਨ ਆਉਣ ਲੱਗ ਜਾਂਦੀ ਹੈ। ਤੁਸੀਂ ਬਿਲਕੁਲ ਹੁਣ ਕਰੈਕਟਰ ਨੂੰ ਢਾਲਣ ਦੇ ਯੋਗ ਪੂਰੇ ਹੋ। ਔਰ ਦੂਜੀ ਗੱਲ ਜਦੋਂ ਤੁਸੀਂ ਸੁਣਾਉਂਦੇ ਹੋ ਨਾ, ਆਮ ਜਿੱਥੇ ਇੱਥੋਂ ਦੇ ਬੱਚੇ ਦੇ ਸ਼ਾਇਦ ਨਾ ਉਹ ਆਨੰਦ ਮਾਣਦੇ ਹੋਣ ਜਿਨ੍ਹਾਂ ਨੇ ਰੇਲ ਗੱਡੀਆਂ 'ਚ ਜ਼ਿਆਦਾ ਸਫ਼ਰ ਕੀਤਾ। ਮੈਂ ਬੰਬੇ ਨੂੰ ਬਹੁਤ ਸਫ਼ਰ ਕਰਦਾ ਰਿਹਾ, 3-3 ਦਿਨ ਦਾ ਸਫ਼ਰ ਹੁੰਦਾ ਸੀ, ਤੇ ਆਹ ਸਾਰੇ ਕਰੈਕਟਰ ਉਦੋਂ ਮਿਲ ਜਾਂਦੇ ਸੀ ਗੱਡੀਆਂ 'ਚ। ਬਾ ਕਮਾਲ ਸੀ। ਔਰ ਤੁਹਾਨੂੰ ਇਹਦੀਆਂ ਸ਼ੁਭ ਸ਼ਾਮਾਂ, ਤੁਹਾਡੇ ਜਿਹੜੇ ਕਰੈਕਟਰ ਨੂੰ ਤਰਾਸ਼ਣ ਦਾ ਜਿਹੜਾ ਨਜ਼ਰੀਆ ਨਾ ਉਹ ਬਹੁਤ ਸਾਫ਼ ਹੋ ਗਿਆ। ਔਰ ਬਹੁਤ ਹੱਸਿਆ ਬਾਈ ਜੀ, ਅੱਜ ਤਾਂ ਅੱਖਾਂ 'ਚੋਂ ਹੰਝੂ ਆ ਗਏ, ਮਤਲਬ ਬੱਖੀਆਂ ਦੁਖਣ ਲੱਗ ਗਈਆਂ ਹੱਸ ਕੇ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਜਿਉਂਦੇ ਰਹੋ। ਵਪਾਰਕ ਸੰਦੇਸ਼। ਫਿਰ ਭਾਪੇ ਦਾ ਜਾਤੀ ਸਰਟੀਫਿਕੇਟ ਸਿਖਾਉਣਾ। ਲਓ ਜੀ ਧੰਨਵਾਦ। ਤੇ ਫਿਰ ਬੁੱਧਵਾਰ ਨੂੰ ਹੋਰ ਵਧੀਆ ਬਣਾ ਲਈਏ। ਭਾਪੇ ਦਾ ਜਾਤੀ ਸਰਟੀਫਿਕੇਟ ਸੁਣ ਲਓ। ਰੱਬ ਰੱਖ। ਹਾਂਜੀ ਹੈਲੋ, ਕੀ ਹਾਲ ਹੈ? ਬੋਲੇ ਠੀਕ ਹੈ। ਕੌਣ ਜੀ? ਮੈਂ ਲੋਗੜੋ ਬੋਲਦਾ, ਲਬੀਰ ਸਿੰਘ। ਅੱਛਾ ਹਾਂ, ਉਹ ਭਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਭਾਪੇ ਦਾ? ਹਾਂ, ਉਹ ਤਾਂ ਉੱਥੇ ਗਿਆ ਭਾਪੇ ਦਾ, ਮੇਰੇ ਭਾਪੇ ਦਾ ਜਿਹੜੀ ਜਾਤੀ ਆ। ਹਾਂ ਤੇਰੇ ਭਾਪੇ ਦਾ ਜਾਤੀ ਸਰਟੀਫਿਕੇਟ। ਹੈਲੋ, ਤੇ ਭਾਪੇ ਦਾ ਜਾਤੀ ਸਰਟੀਫਿਕੇਟ ਭਾਪੇ ਦਾ ਭਾਪੇ ਨੂੰ ਬਣਾਇਆ ਜੀ ਤੁਸੀਂ ਸਰਟੀਫਿਕੇਟ? ਉਹ ਤੇਰੇ ਭਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ।
ਹੈਲੋ 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 ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀਗਾ ਬਣਿਆ ਹੋਇਆ ਕੌਣ ਬੋਲਦਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਸਿੰਘ ਹੈਲੋ ਹੈਲੋ ਬੋਲਦਾ ਤਾਂ ਕੋਈ ਨਹੀਂ ਹੈਲੋ ਕੀ ਕੌਣ ਨਹੀਂ ਹਾਂ ਹੈਲੋ ਲੋਗਰ ਤੋਂ ਬੋਲਦੇ ਲੋਗਰ ਤੋਂ ਬੋਲਦਾ ਕਿੱਥੋਂ ਬੋਲਦੇ ਤੁਸੀਂ ਲੋਗਰ ਅੱਛਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਣ ਸੁਣੋ ਮੈਂ ਕੌਣ ਦਾ ਬੋਲਦਾ ਮੈਂ ਤਾਂ ਤੇਰੀ ਬਾਤ ਨਹੀਂ ਪਛਾਣਾ ਬਾਤ ਪਾਪੇ ਜਾਤੀ ਸਾਡੇ ਬਣਿਆ ਕਿਹਦਾ ਨਾਮ ਹੈ ਫੋਨ ਉਹ ਪਾਪੇ ਦਾ ਜਾਤੀ ਸਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਦਾ ਫੋਨ ਦਾ ਪਾਪੇ ਦਾ ਉਹ ਸਾਥੀ ਤਾਂ ਨਹੀਂ ਆ ਗਿਆ ਆਪਣਾ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੁਣ ਪਤਾ ਤਾਂ ਹੋਊਗਾ ਵੀ ਜਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਤਾਂ ਪਤਾ ਵੀ ਡਿਊਟੀ ਕਰੀ ਉਹਨੇ ਕਿਹਦਾ ਆਪਣੇ ਜਿੰਦਰ ਦਾ ਉਹ ਪਾਪੇ ਦਾ ਹੈ ਉਹ ਹਰੀ ਸਿੰਘ ਦਾ ਪਾਪੇ ਦਾ ਪਾਪੇ ਦਾ ਜਾਤੀ ਜੱਟ ਬਣਿਆ ਹੋਇਆ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਉਹਦਾ ਪੱਖੋਂ ਭਾਗ ਤੇ ਗਿਆ ਤੇ ਬਹੁ ਮਰ ਗਈ ਕੋਈ ਜਿਹਦਾ ਪਾਪਾ ਘਰੇ ਹੁੰਦਾ ਫੇਰ ਤਾਂ ਪਤਾ ਲੱਗ ਜਾਂਦਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਰੇ ਨਾਲ ਭੋਰੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਤੇਰਾ ਨਾ ਬਣਾਈ ਜਾਤੀ ਕਿਤੇ ਡੋਲਾਈ ਫਿਰੀ ਜਾਂਦਾ ਵਾ ਉਹ ਤਾਂ ਜ਼ਰੂਰੀ ਹੈ ਕੋਈ ਜਾਤੀ ਵੇਟ ਬੋਲਣਾ ਨਾ ਗੱਲ ਕਰ ਲੈ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਸਮਝ ਨਹੀਂ ਆਉਂਦੀ ਤੈਨੂੰ ਹੈਲੋ ਹੈਲੋ ਬਲਵੀਰ ਸਿੰਘ ਹਾਂ ਕਿਵੇਂ ਠੀਕ ਆ ਤੁਸੀਂ ਉਹ ਠੀਕ ਆ ਮੈਨੂੰ ਪਾਪੇ ਦਾ ਜਾਤੀ ਸਾਡੇ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗੱਲ ਦੱਸਣੀ ਵਿਚਾਰੇ ਉਹਨਾਂ ਮੁੜਨਾ ਗਾ ਸਾਥੀ ਮੇਰੇ ਕੋਲ ਪੱਖੋਂ ਖਲਾ ਨੂੰ ਗਏ ਹੋਏ ਨੇ ਭਾਈ ਇੰਨੀ ਗੱਲ ਕਹਿੰਦੇ ਪੱਖੋਂ ਖਲਾ ਨੂੰ ਗਏ ਹੋਏ ਨੇ ਬਸ ਜਿਹੜਾ ਬਣਿਆ ਤਾਂ ਦੱਸ ਦਿਓ ਨਹੀਂ ਬਣਿਆ ਤਾਂ ਦੱਸ ਦਿਓ ਪੱਖੋਂ ਖਲਾ ਗਏ ਹੋਏ ਆ 8 ਨੂੰ ਮਿਲਣਗੇ ਉਹ ਤੇ ਸੁਣ ਤਾਂ ਪਤਾ ਹੀ ਹੋਊ ਵੀ ਪਾਪੇ ਜਾਤੀ ਸਾਡੀ ਵੱਡਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾਂ ਜਾਤੀ ਸਾਡੀ ਹਾਂ ਮੈਨੂੰ ਤਾਂ ਪਤਾ ਨਹੀਂ ਪੁੱਤ ਭੋਲੇ ਨੂੰ ਤਾਂ ਪਤਾ ਹੀ ਹੋਊਗਾ ਫਿਰ ਦੇਖ ਲੱਗ ਭੋਲੇ ਨੂੰ ਪਤਾ ਹੈਗਾ ਫਿਰ ਪਾ ਲੈਨੇ ਆ ਹੋਰ ਕਿਸੇ ਤੋਂ ਪਾ ਲੈਨੇ ਆ ਇਹਨਾਂ ਨੇ ਵਿਚਾਰੇ ਨੇ ਮੋਹਰੀ ਹੋਈ ਭਾਲਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਵਾਪਸ ਰਿਪੋਰਟਾਂ ਦੇਣੀਆਂ ਤੁਸੀਂ ਭਾਲਦੇ ਫਿਰੋਗੇ ਜਾਤੀ ਬੇਟਾ ਉਹ ਤੱਕ ਵੀ ਭੋਲਾ ਤਾਂ ਹੁਣ ਭੋਲੇ ਨੂੰ ਪਤਾ ਉਹਦੇ ਆਏ ਤਾਂ ਦੱਸ ਦਾਂਗੇ ਆਪ ਉਹਦਾ ਹੁਣ ਬੋਲਦਾ ਤਾਂ ਸੀਗਾ ਹੋਰ ਹੁਣ ਭੋਲਾ ਬੋਲਦਾ ਨਹੀਂ ਹੈ ਭੋਲਾ ਹੈ ਨਹੀਂ ਘਰੇ ਆ ਬੋਲਦਾ ਤਾਂ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਭੋਲ ਨਹੀਂ ਕਰੀਏ ਮੈਨੂੰ ਉਹ ਭੋਲਾ ਵੀ ਨਹੀਂ ਹੈਗਾ ਪੱਕਾ ਭੋਲ ਕੇ ਗਿਆ ਗੱਲ ਦੇ ਕਿਉਂ ਗੱਲ ਕਰਕੇ ਹਟਿਆ ਗੱਲ ਉਹ ਮੇਰੇ ਨਾਲ ਕਰਕੇ ਹਟਿਆ ਉਹ ਭੋਲਾ ਵੀ ਨਹੀਂ ਘਰੇ ਗਏ ਮੈਂ ਝੂਠ ਬੋਲੀ ਜਿਹਨੇ ਪਾ ਕੇ ਗਾਤਰੇ ਇਹਨਾਂ ਨੇ ਫਾਇਦਾ ਕੀ ਹੈ ਕੌਣ ਦਾ ਹੁਣ ਤਾਂ ਮੈਨੂੰ ਜੀਜਾ ਜੀ ਕਿ ਸਤਿ ਸ੍ਰੀ ਅਕਾਲ ਤਾਂ ਪਤਾ ਨਹੀਂ ਇਹਦਾ ਕਹਿੰਦਾ ਇੱਕ ਹੀ ਚਲ ਠੀਕ ਹੈ ਜੀ ਹਾਲਾ ਬਾਈ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਜੇ ਹੁੰਦਾ ਜੇ ਕੋਈ